ਧੰਨ ਵਾਹਿਗੁਰੂ। ਸ਼੍ਰੀ ਨਾਨਕ ਪਾਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਵਿਗਨਨ ਕੇ ਨਾਸਕ ਵਿਗਨਨ ਕੇ ਹਰ ਗੋਬਿੰਦ ਸੁਭ ਸੁਮਤ ਪਰਕਾਸ। ਸ੍ਰੀ ਹਰਿ ਰਾਇ ਨਮੋ ਕਾਰ ਜੋਰੀ ਨਮੋ ਕਾਰ। ਗੁਰ ਹਰਿ ਕ੍ਰਿਸ਼ਨ ਮਨਾਏ ਬਹੁ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਹਾ ਤਰੋਂ ਤਰਾ ਪਾਰ ਪੁੰਨ ਪੁੰਨ ਸੀਸਾ ਜੀ ਪੁੰਨ ਬੰਦੋਂ ਬਾਰ ਬਾਰ ਜਗਦੀਸ਼। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਰ ਬਖਾਰ ਮੁਖ ਪਾਇਬ ਗ੍ਰਾਸਾ। ਸਵਾਦ ਅਜਾਇਬ ਜਾਨ ਵਿਕਾਸਾ। ਜਿਤਕ ਮਧੁਰਤਾ ਉੱਤਮ ਅਹੈ। ਪ੍ਰਥਮ ਕਵਰ ਮਹਿ ਸਾਧ ਸੋਲ ਹੈ। ਕਰ ਬਖਾਰ ਮੁਖ ਪਾਇਬ ਗ੍ਰਾਸਾ। ਸਵਾਦ ਅਜਾਇਬ ਜਾਨ ਵਿਕਾਸਾ। ਜਿਤਕ ਮਧੁਰਤਾ ਉੱਤਮ ਅਹੈ। ਪ੍ਰਥਮ ਕਵਰ ਮਹਿ ਸਾਧ ਸੋਲ ਹੈ। ਕਰ ਬਖਾਰ ਮੁਖ ਪਾਇਬ ਗ੍ਰਾਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਜੀ ਨਿਵਾਜੀ ਗੁਰੂ ਸਵਰੂਪ ਗੁਰੂ ਖਾਲਸਾ
ਗੁਰ ਸੰਗਤ ਜੀਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ, ਜੋ ਕਿ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਉੱਪਰ ਵਿਰਾਜਮਾਨ ਪਤਤ ਪਾਵਨ, ਭਗਤ ਵਸ਼ਲ ਕਰੁਣਾ ਨਿਧਾਨ, ਅੰਤਰਜਾਮੀ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸ਼ਾਮਾਂ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਅੰਦਰ ਹਰ ਰੋਜ਼ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਪ੍ਰਾਰੰਭ ਹੈ, ਜੋ ਪਵਿੱਤਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ, ਰੂਹਾਨੀ ਜੀਵਨ ਦੇ ਵਿੱਚ ਜਿਵੇਂ ਜਿਵੇਂ ਗਰੀਬ ਨਿਵਾਜ ਨੇ ਪਰਉਪਕਾਰ ਕੀਤੇ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਆਪ ਸੰਗਤ ਲੜੀਵਾਰ ਗੁਰ ਇਤਿਹਾਸ ਦੀ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸ਼੍ਰਵਣ ਕਰ ਰਹੇ ਹੋ। ਪਿਛਲੇ ਦੀਵਾਨਾਂ ਦੇ ਵਿੱਚ ਗੁਰਮੁਖ ਜਨਾਂ ਪਾਸੋਂ, ਗਿਆਨੀ ਜਨਾਂ ਪਾਸੋਂ ਆਪ ਸੰਗਤ ਨੇ ਇਤਿਹਾਸ ਸ਼੍ਰਵਣ ਕੀਤਾ ਸੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਦੇ ਪਾਵਨ ਪਵਿੱਤਰ ਨਗਰ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਇੱਕ ਮਾਈ ਦਾ ਲੜਕਾ ਚੜ੍ਹਾਈ ਕਰ ਚੁੱਕਾ ਸੀ। ਹੁਣ ਮਾਂ ਪਿਓ ਦਾ ਪ੍ਰੇਮ ਹੁੰਦਾ ਪੁੱਤਰ ਦੇ ਨਾਲ, ਮਾਂ ਸਹਾਰ ਨਾ ਸਕੀ, ਵਿਰਲਾਪ ਕਰਦੀ ਹੈ, ਰੋਂਦੀ ਹੈ, ਕੁਰਲਾਉਂਦੀ ਹੈ। ਭਾਈ ਬੱਲੂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭੇਜਿਆ ਸੀ। ਗਰੀਬ ਨਿਵਾਜ ਨੇ ਉਹ ਲੜਕਾ ਜਿਉਂਦਾ ਕਰ ਦਿੱਤਾ। ਉਪਰੰਤ ਗੁਰਮੁਖੋ ਅਕਬਰ ਬਾਦਸ਼ਾਹ ਚੱਲ ਕੇ, ਕਿਉਂਕਿ ਇਹਦੇ ਮਨ ਦੇ ਵਿੱਚ ਪਹਿਲਾਂ ਹੀ ਸੀ ਕਿ ਮੈਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਾਂ, ਇਹ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਆਇਆ ਹੈ। ਜਦੋਂ ਦਰਸ਼ਨ ਕੀਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੜਾ ਆਨੰਦ ਆਇਆ ਇਹਨੂੰ, ਅਤੇ ਮਨ ਦੇ ਵਿੱਚ ਆਇਆ ਨਿਮਰਤਾ ਧਾਰ ਲਈ, ਅੰਦਰ ਪ੍ਰੇਮ ਧਾਰ ਲਿਆ ਸਤਿਗੁਰੂ ਜੀ ਦੇ ਪ੍ਰਤੀ। ਉਸ ਵਕਤ ਗਰੀਬ ਨਿਵਾਜ ਲੰਗਰ ਛਕ ਰਹੇ ਹੈ ਅਤੇ ਇਹਦੇ ਮਨ ਦੇ ਵਿੱਚ ਐਸੀ ਵਿਚਾਰ ਆਈ ਕਿ ਸਤਿਗੁਰੂ ਜਿਹੜਾ ਲੰਗਰ ਛਕਦੇ ਹੈ ਉਸ ਦੇ ਵਿੱਚ ਇੱਕ ਐਸੀ ਪਾਵਰ ਹੋਵੇਗੀ, ਇੱਕ ਐਸੀ ਸ਼ਕਤੀ ਹੋਵੇਗੀ ਕਿ ਜੇ ਸਤਿਗੁਰੂ ਜੀ ਮੇਰੇ 'ਤੇ ਕਿਰਪਾ ਕਰ ਦੇਣ, ਆਪਣਾ ਲੰਗਰ ਥੋੜ੍ਹਾ ਮੈਨੂੰ ਵੀ ਛਕਾ ਦੇਣ। ਜਦੋਂ ਇਹ ਫੁਰਨਾ ਇਹਨੇ ਕੀਤਾ, ਗਰੀਬ ਨਿਵਾਜ ਦੇ ਕੋਲੇ ਬੇਨਤੀ ਕੀਤੀ। ਹੁਣ ਜਿਵੇਂ ਭਾਈ ਬੱਲੂ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਲੰਗਰ ਦੇ ਪ੍ਰਤੀ, ਇਹਨੂੰ ਛਕਾਉਣ ਦੇ ਪ੍ਰਤੀ ਹੁਕਮ ਕਰਨਗੇ ਅਤੇ ਇਹ ਲੰਗਰ ਛਕ ਕੇ ਅਤੇ ਅਨੇਕਾਂ ਰਸਾਂ ਦਾ ਭਾਈ ਆਨੰਦ ਇਹ ਪ੍ਰਾਪਤ ਕਰੇਗਾ। ਉਹ ਅਗਲੀ ਕਥਾ ਆ ਰਹੀ ਹੈ। ਆਪ ਮਨ ਬਿਰਤੀਆਂ ਇਕਾਗਰ ਕਰਕੇ ਪਾਵਨ ਪਵਿੱਤਰ ਕਥਾ ਵਿਚਾਰ ਸ਼੍ਰਵਣ ਕਰੋ। ਕਥਾ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਦਾਸ ਦੀ ਹਾਜ਼ਰੀ, ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਅੰਦਰ ਲਵਾਓ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਬੁਲੰਦ ਆਵਾਜ਼ ਦੇ ਵਿੱਚ ਸਾਰੇ ਜਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਰ ਬਖਾਰ ਮੁਖ ਪਾਇਬ ਗਰਾਸਾ। ਜਦੋਂ ਭਾਈ ਬੱਲੂ ਨੂੰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹੁਕਮ ਕੀਤਾ, ਹੁਕਮ ਨੂੰ ਮੰਨਦਿਆਂ ਹੋਇਆਂ ਗੁਰਮੁਖੋ ਥਾਲ ਭਰ ਕੇ ਲੰਗਰ ਦਾ ਭਾਈ ਬੱਲੂ ਅਕਬਰ ਬਾਦਸ਼ਾਹ ਦੇ ਵਾਸਤੇ ਲੈ ਕੇ ਆਇਆ ਅਤੇ ਅਕਬਰ ਬਾਦਸ਼ਾਹ ਨੇ ਉਸ ਵਕਤ
ਆਪਣੇ ਹੱਥ ਤਕੜੇ ਕੀਤੇ। ਉਸ ਵਕਤ ਇੱਕੋ ਇੱਕ ਗਰਾਹੀ ਇਹਨੇ ਆਪਣੇ ਮੁਖ ਦੇ ਵਿੱਚ ਕਹਿੰਦੇ ਆ ਕਰ ਪਖਾਰ ਮੁਖ ਪਾਇਸ ਗਰਾਸਾ ਪਾਉਣਾ ਕੀਤੀ ਹੈ। ਸਵਾਦ ਅਜਾਇਬ ਜਾਨ ਬਿਕਾਸਾ। ਅਤੇ ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ ਦਾ ਲੰਗਰ ਇੱਕ ਗਰਾਸ ਭਾਵ ਕੀ ਹੈ ਗਰਾਹੀ, ਇੱਕੋ ਇੱਕ ਗਰਾਹੀ ਆਪਣੇ ਮੁਖ ਦੇ ਵਿੱਚ ਪਾਈ। ਅਜਾਇਬ ਕਹਿੰਦੇ ਅਜੀਬ ਜਿਹਾ ਹੀ ਸਵਾਦ ਜਾਣਿਆ, ਵੱਖਰਾ ਹੀ ਸਵਾਦ ਜਾਣਿਆ ਕਿ ਜਿਹੜਾ ਕਦੇ ਸਵਾਦ ਆਇਆ ਹੀ ਨਾ ਹੋਵੇ। ਇਹ ਧਿਆਨ ਦਿਓ, ਇਸ ਪੰਕਤੀ ਦੇ ਵਿੱਚ ਬੜੀ ਵੱਡੀ ਗੱਲ ਹੈ। ਲੰਗਰ ਦੇ ਵਿੱਚ ਬੜਾ ਫਰਕ ਹੁੰਦਾ ਹੈ, ਅੰਨ ਦੇ ਵਿੱਚ ਬੜਾ ਫਰਕ ਹੁੰਦਾ ਹੈ ਭਾਈ। ਹੁਣ ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦਾ ਲੰਗਰ ਛਕਿਆ, ਅੰਮ੍ਰਿਤ ਲੱਗਿਆ। ਤੇ ਜਦੋਂ ਆਪਦਾ ਲੰਗਰ ਛਕਦਾ, ਘਰ ਦੇ ਵਿੱਚ ਅੰਨ ਪਾਣੀ ਛਕਦਾ ਹੈ, ਗੁਰਮੁਖੋ ਅਨੇਕਾਂ ਗਰੀਬਾਂ ਦਾ ਪਤਾ ਨਹੀਂ ਕਿਹਨੂੰ ਕਿਹਨੂੰ ਤੰਗ ਕੀਤਾ ਹੋਵੇਗਾ, ਕਿਹਨੂੰ ਕਿਹਨੂੰ ਇਹਨੇ ਕਿੰਦਾ ਗੁਰਮੁਖੋ ਅੰਨ ਖੋਇਆ ਹੋਵੇਗਾ, ਧਨ ਦੌਲਤ ਖੋਇਆ ਹੋਵੇਗਾ। ਅਕਬਰ ਬਾਦਸ਼ਾਹ ਨੇ, ਰਾਜਾ ਹੈ, ਰਾਜੇ ਦਾ ਇਹ ਕੰਮ ਹੋ ਜਾਂਦਾ ਹੈ। ਇਹ ਤਾਂ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਰਾਜ ਨਹੀਂ ਕਰ ਸਕਦਾ। ਉਹਨੇ ਰਾਜ ਕੀਤਾ, ਸਾਰੇ ਗੋਦਾਮ ਖੋਲ੍ਹ ਦਿੱਤੇ ਸੀ। ਜਦੋਂ ਗੁਰਮੁਖੋ ਐਸਾ ਭਿਆਨਕ ਸਮਾਂ ਆਇਆ ਸੀ, ਸਾਰੇ ਗੋਦਾਮ ਖੋਲ੍ਹਤੇ। ਤੇ ਇਹ ਤਾਂ ਬੰਦ ਕਰਨ ਵਾਲੇ ਗੋਦਾਮ ਨੇ। ਜਦੋਂ ਬਿਪਤਾ ਪੈਂਦੀ ਹੈ ਨਾ, ਉਸ ਵਕਤ ਬੰਦ ਕਰ ਲੈਂਦੇ। ਅੱਜ ਦਾ ਸਮਾਂ ਵੀ ਇਹੀ ਹੈ। ਇਸੇ ਕਰਕੇ ਕਿਹਾ ਮਹਾਰਾਜ ਨੇ, ਕੱਲ ਕਾਤੀ ਰਾਜੇ ਕਸਾਈ, ਕਸਾਈ ਹੋ ਗਏ ਰਾਜੇ। ਧਰਮ ਪੰਖ ਕਰ ਉੱਡ ਗਿਆ ਧਰਮ ਪੰਖ ਲਾ ਕੇ। ਕੂੜ ਅਮਾਵਸ ਸੱਚ ਚੰਦਰਮਾ, ਕਹਿੰਦੇ ਝੂਠ ਦੀ ਮੱਸਿਆ, ਸੱਚ ਚੰਦਰਮਾ ਦਿਸੈ ਨਹੀਂ ਕਿਆ ਚੜਿਆ। ਚੰਦਰਮਾ ਦਿਸਦਾ ਹੀ ਨਹੀਂ ਕਿੱਥੇ ਚੜਿਆ ਹੋਇਆ। ਸੱਚ ਰੂਪੀ ਚੰਦਰਮਾ ਕਿਤੇ ਲੱਭ ਹੀ ਨਹੀਂ ਰਿਹਾ। ਹੁਣ ਦੇਖੋ, ਚਾਰੇ ਪਾਸੇ ਕੂੜ ਹੀ ਕੂੜ ਵਰਤ ਰਿਹਾ, ਝੂਠ ਹੀ ਝੂਠ ਵਰਤ ਰਿਹਾ। ਇਹ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਪਹਿਲਾਂ ਹੀ ਬਚਨ ਕਰ ਦਿੱਤੇ ਸੀ ਕਿ ਕੂੜ ਫਿਰੈ ਪ੍ਰਧਾਨ ਵੇ ਲਾਲੋ। ਪ੍ਰਧਾਨ ਹੋਵੇਗਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਚਨ ਕਰ ਦਿੱਤੇ ਸੀ, ਜਿੱਥੇ ਜਿੱਥੇ ਕਿੱਥੇ ਕਿੱਥੇ ਭਾਈ ਝੂਠ ਹੀ ਝੂਠ ਵਰਤੇਗਾ। ਤੇ ਅੱਜ ਕਿਸਾਨ ਜਗ੍ਹਾ ਜਗ੍ਹਾ ਤੇ ਰੁਲ ਰਹੇ ਆ। ਸ਼ਬਦ ਮੈਂ ਤਾਂ ਵਰਤ ਰਿਹਾ ਕਿਉਂਕਿ ਗੁਰਮੁਖੋ ਕਿਸੇ ਵੀ ਪਦਾਰਥ ਦਾ ਭਾਅ ਨਹੀਂ ਚੰਗਾ ਮਿਲ ਰਿਹਾ। ਤੇ ਅੱਜ ਆਪਾਂ ਲਾ ਕੇ ਬੈਠੇ ਆ ਨਾ, ਧਰਨੇ ਲਾਏ ਹੋਏ ਐ। ਹੁਣ ਉਧਰੋਂ ਤਾਂ ਆਪਾਂ ਸਾਰੇ ਟੈਕਸ ਆ ਜਿਹੜੇ ਸੜਕਾਂ ਤੇ ਜਾਂਦੇ ਸੀ, ਟੂਲ ਟੈਕਸ ਹੈ, ਉਹ ਬੰਦ ਹੋ ਗਏ। ਇੱਕ ਚੰਗਾ ਕੰਮ ਕੀਤਾ ਹੈ, ਉਹ ਬੰਦ ਹੋ ਗਏ, ਚੰਗੀ ਗੱਲ ਹੈ। ਪਰ ਤੇਲ ਦਾ ਭਾਈ ਭਾਅ ਕਿੰਨਾ ਹੋ ਗਿਆ, ਸਰੋਂ ਦੇ ਤੇਲ ਦਾ ਭਾਅ ਕਿੰਨਾ ਹੋ ਗਿਆ, ਇਹ ਕਿੰਨਾ ਭਾਅ ਵਧਾ ਦਿੱਤਾ। ਇੱਧਰੋਂ ਹੀ ਆਪਣੇ ਤੋਂ ਕੱਢ ਰਹੇ ਹੈ। ਕੋਈ ਨਹੀਂ ਬੋਲ ਰਿਹਾ, ਪਤਾ ਨਹੀਂ ਕੀ ਗੱਲ ਹੈ। ਚੁੱਪ ਕਰਕੇ ਸ਼ਾਂਤ ਬੈਠੇ ਆ, ਕੋਈ ਨਹੀਂ ਬੋਲ ਰਿਹਾ। ਦੂਸਰੀ ਗੱਲ ਭਾਈ, ਇਹ ਸੰਸਾਰ ਦੇ ਵਿੱਚ ਕੂੜ ਵਰਤ ਰਿਹਾ, ਝੂਠ ਵਰਤ ਰਿਹਾ। ਝੂਠ ਦੇ ਨਾਲ ਹਰ ਇੱਕ ਮਨੁੱਖ ਹੁੰਦਾ ਹੈ। ਸੱਚ ਦੇ ਪੁਜਾਰੀ ਘੱਟ ਹੋਇਆ ਕਰਦੇ ਹੈ। ਹਮੇਸ਼ਾ ਹੀ ਜਿਹੜੇ ਝੂਠ ਵਰਤਦੇ ਹੈ, ਝੂਠ ਬੋਲਦੇ ਹੈ, ਉਹਨਾਂ ਦੇ ਹਮੇਸ਼ਾ ਹੀ ਭਾਈ ਕਤਾਰਾਂ ਹੀ ਲੱਗੀਆਂ ਹੁੰਦੀਆਂ ਨੇ, ਨਾਲ ਬਹੁਤੇ ਹੋਇਆ ਕਰਦੇ ਆ। ਪਰ ਹਮੇਸ਼ਾ ਜਿੱਤ ਸੱਚ ਦੀ ਹੁੰਦੀ ਹੈ। ਗੁਰਮੁਖੋ, ਇਹ ਸਮਾਂ ਬੜਾ ਭਿਆਨਕ ਆ ਰਿਹਾ ਹੈ, ਕਿਉਂਕਿ ਉਲਟੀ ਵਾੜ ਖੇਤ ਕੋ ਖਾਏ। ਉਲਟੀ ਵਾੜ ਹੀ ਖੇਤ ਨੂੰ ਖਾ ਰਹੀ ਹੈ। ਵਾੜ ਖੇਤ ਦੀ ਸੰਭਾਲ ਕਰਦੀ ਹੈ। ਤੇ ਗੁਰਮੁਖੋ, ਇਹ ਰਾਜਾ ਹੀ ਖੇਤ ਦੀ ਸੰਭਾਲੀ ਕਰਨ ਵਾਲਾ ਸੀ, ਰਾਜਾ ਹੀ ਸਾਰੇ ਜਗਤ ਦੀ ਸੰਭਾਲ ਕਰਨ ਵਾਲਾ ਸੀ। ਤੇ ਅੱਜ ਰਾਜਾ ਹੀ ਸਾਰੇ ਜਗਤ ਨੂੰ ਖਾ ਰਿਹਾ, ਸਾਰੇ ਜਗਤ ਦਾ ਨਾਸ਼ ਕਰੀ ਜਾ ਰਿਹਾ ਰਾਜਾ। ਡਰ ਨਹੀਂ ਕਿਸੇ ਦਾ ਰਹਿ ਗਿਆ। ਪਰ ਜਦੋਂ ਅਕਾਲ ਪੁਰਖ ਪਰਮਾਤਮਾ ਦੀ ਮਾਰ ਪੈਂਦੀ ਹੈ, ਉਹ ਪਰਮਾਤਮਾ ਕਿਸੇ ਨੂੰ ਦੱਸ ਕੇ ਨਹੀਂ ਮਾਰਦਾ, ਕਿਸੇ ਤੋਂ ਰਹਿ ਮਸ਼ਵਰਾ ਕਰਕੇ ਨਹੀਂ ਮਾਰਦਾ। ਉਸਦਾ ਕੋਈ ਵਜ਼ੀਰ ਨਹੀਂ ਹੈ, ਉਹ ਆਪ ਹੀ ਸੱਚਾ ਸਾਹਿਬ ਹੈ, ਆਪ ਹੀ ਉਹ ਵਜ਼ੀਰ ਰੂਪ ਹੈ। ਇਸ ਕਰਕੇ ਉਹ ਅਕਾਲ ਪੁਰਖ ਪਰਮਾਤਮਾ ਦੀ ਬਣਾਈ ਹੋਈ ਬਣਾਵਟ ਜਿਹੜੀ ਬਣਤਰ ਹੈ, ਇਸ ਦੇ ਵਿੱਚ ਸੱਚ ਵੀ ਭਾਈ ਵਰਤਦਾ ਤੇ ਝੂਠ ਵੀ ਵਰਤਦਾ ਹੈ।
ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੇ ਜਿਹੜੇ ਪਿਆਰੇ ਹੁੰਦੇ ਆ ਉਹ ਝੂਠ ਦੇ ਵਿੱਚ ਸੱਚੇ ਪ੍ਰਮਾਤਮਾ ਨੂੰ ਪਾ ਲੈਂਦੇ ਆ ਤੇ ਨਹੀਂ ਵਿੱਚੇ ਮਾਇਆ ਪਾਇਆ। ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਅਕਾਲ ਪੁਰਖ ਪਰਮਾਤਮਾ ਨੂੰ ਪਾ ਲੈਂਦੇ ਆ। ਅੰਨ ਦੇ ਵਿੱਚ ਬੜਾ ਫਰਕ ਹੁੰਦਾ ਹੈ। ਆਪਾਂ ਸਾਰੇ ਹੀ ਜ਼ਿਮੀਂਦਾਰ ਬੈਠੇ ਹਾਂ, ਸਾਰੇ ਕਮਾਈ ਕਰਨ ਵਾਲੇ ਭਾਈ। ਕੋਈ ਇੱਕ ਸਾਡੇ ਕੋਲ ਜ਼ਮੀਨਾਂ ਦਾ ਸਾਧਨ ਹੈ, ਹੋਰ ਨਾ ਕੋਈ ਫੈਕਟਰੀਆਂ ਨੇ, ਨਾ ਕੋਈ ਹੋਰ ਸਾਧਨ ਹੈ ਕਿ ਆਪਾਂ ਕੋਈ ਮਾਇਆ ਬਣਾ ਲਵਾਂਗੇ, ਸਾਡੇ ਕੋਈ ਫੈਕਟਰੀਆਂ ਚੱਲਦੀਆਂ ਹੋਣਗੀਆਂ। ਨਹੀਂ, ਇਹ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਜ਼ਮੀਨਾਂ ਦਿੱਤੀਆਂ ਨੇ। ਅਤੇ ਜਦੋਂ ਅਸੀਂ ਗੁਰਮੁਖੋ ਖੇਤੀਬਾੜੀ ਕਰਦੇ ਹੋਏ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਾਂਗੇ, ਮੂਲ ਮੰਤਰ ਦਾ ਜਾਪ ਕਰਾਂਗੇ, ਉਹ ਖੇਤੀਬਾੜੀ ਸਾਡੀ ਵਧੇਗੀ, ਇੱਕ ਅੰਮ੍ਰਿਤ ਰੂਪ ਧਾਰਨ ਕਰ ਲਵੇਗੀ। ਅਤੇ ਜਦੋਂ ਉਹ ਹੀ ਜ਼ਿਮੀਂਦਾਰ ਟਰੈਕਟਰ ਦੇ ਉੱਪਰ, ਕਿਸੇ ਸਾਧਨ ਦੇ ਉੱਪਰ ਮਾੜੇ ਗੀਤ ਲਾ ਕੇ ਖੇਤੀ ਨੂੰ ਵਾਹੁੰਦਾ ਹੈ, ਕੋਈ ਬੀਜ ਬੀਜਦਾ ਹੈ, ਉਹ ਖੇਤੀ ਦੇ ਵਿੱਚ, ਉਸ ਬੀਜ ਦੇ ਵਿੱਚ ਉਹ ਹੀ ਮਾੜਾ ਅਸਰ ਪੈਂਦਾ ਹੈ। ਉਹ ਮਾੜਾ ਅਸਰ ਉਹ ਬੀਜ ਦੇ ਉੱਪਰ ਜਾਂਦਾ ਹੈ। ਘਰਾਂ ਦੇ ਵਿੱਚ ਅੰਨ ਆਉਂਦਾ ਹੈ। ਮਾਈ ਭਾਈ ਜੇ ਤਾਂ ਬਾਣੀ ਪੜ੍ਹ ਕੇ ਲੰਗਰ ਤਿਆਰ ਕਰਦੇ ਹੈ, ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਪੜ੍ਹ ਕੇ ਲੰਗਰ ਤਿਆਰ ਹੁੰਦਾ ਹੈ, ਸ਼੍ਰੀ ਚੌਪਈ ਸਾਹਿਬ ਜੀ ਦਾ ਪਾਠ ਪੜ੍ਹ ਕੇ ਲੰਗਰ ਤਿਆਰ ਹੁੰਦਾ ਹੈ, ਮੂਲ ਮੰਤਰ ਦਾ ਪਾਠ ਪੜ੍ਹ ਕੇ ਲੰਗਰ ਤਿਆਰ ਹੁੰਦਾ ਹੈ। ਜ਼ਹਿਰ ਵਾਲਾ ਲੰਗਰ ਵੀ ਭਾਈ ਉਹ ਵੀ ਅੰਮ੍ਰਿਤ ਦਾ ਰੂਪ ਧਾਰਨ ਕਰ ਲੈਂਦਾ ਹੈ। ਅਗਰ ਕਿਸੇ ਜਪਜੀ ਸਾਹਿਬ ਵਾਲੇ ਮਨੁੱਖ ਨੇ ਭਾਵ ਮੁਖ ਦੇ ਵਿੱਚੋਂ ਜਪਜੀ ਸਾਹਿਬ ਪੜ੍ਹਦਾ ਹੋਵੇ, ਮੂਲ ਮੰਤਰ ਦਾ ਪਾਠ ਕਰਦਾ ਹੋਵੇ, ਉਸ ਦਾ ਬੀਜਿਆ ਹੋਇਆ ਜਿਹੜਾ ਅੰਨ ਹੈ ਉਹ ਸਾਡੇ ਘਰੇ ਆ ਜਾਵੇ, ਅਤੇ ਜਦੋਂ ਆਟਾ ਗੁੰਨਦੇ ਹਾਂ, ਲੰਗਰ ਤਿਆਰ ਕਰਦੇ ਹਾਂ, ਉਸ ਵਕਤ ਮਾਈਆਂ ਆ ਨਾਟਕ ਚੇਟਕ ਅੱਗੇ ਲਾ ਕੇ ਮੋਬਾਇਲ 'ਤੇ ਅੱਗੇ ਰੱਖ ਕੇ ਭਾਈ ਜੇ ਲੰਗਰ ਤਿਆਰ ਕਰਨ ਲੱਗ ਜਾਣ, ਅਤੇ ਉਹ ਹੀ ਜਿਹੜਾ ਅੰਨ ਇੱਕ ਜ਼ਹਿਰ ਦਾ ਰੂਪ ਧਾਰਨ ਕਰ ਲੈਂਦਾ ਹੈ। ਉਹ ਜ਼ਹਿਰ ਫਿਰ ਸਾਡੇ ਬੱਚਿਆਂ ਨੇ, ਸਾਡੇ ਮਾਤਾ ਪਿਤਾ ਨੇ, ਪਰਿਵਾਰ ਨੇ ਛਕਣੀ ਹੈ। ਇਹ ਲੰਗਰ ਦੇ ਵਿੱਚ ਬੜਾ ਫਰਕ ਹੁੰਦਾ ਹੈ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਲੰਗਰ ਵਰਤਦਾ ਹੈ। ਇਹ ਲੰਗਰ ਭਾਈ ਸੱਚਾ ਲੰਗਰ, ਪਵਿੱਤਰ ਲੰਗਰ ਇਸੇ ਕਰਕੇ ਹੀ ਹੈ। ਇਸ ਦੇ ਵਿੱਚ ਅੰਮ੍ਰਿਤ ਰੂਪ ਸਵਾਦ ਤਾਂ ਹੀ ਆਇਆ ਹੈ ਕਿ ਨਾ ਤਾਂ ਗਰੀਬ ਨਵਾਜ ਨੇ ਕਿਸੇ ਦੇ ਉੱਪਰ ਅਤਿਆਚਾਰ ਕਰਕੇ ਇਹ ਲੰਗਰ ਤਿਆਰ ਕਰਵਾਇਆ, ਅੰਨ ਲੈ ਕੇ ਆਏ, ਅਤੇ ਨਾ ਹੀ ਭਾਈ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਸੇ ਤੋਂ ਜ਼ਮੀਨਾਂ ਖੋਹ ਕੇ ਲੰਗਰ ਤਿਆਰ ਕਰਵਾਇਆ, ਅੰਨ ਬੀਜਿਆ। ਇਹ ਤਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਪਵਿੱਤਰ ਲੰਗਰ ਵਰਤਦਾ ਹੈ। ਜਿਹਨੂੰ ਛਕ ਕੇ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਇੱਕ ਲੰਗਰ ਚੱਲਦਾ ਹੈ ਅੰਨ ਦਾ, ਇੱਕ ਸ਼ਬਦ ਦਾ ਲੰਗਰ ਚੱਲਦਾ, ਜਿਹੜਾ ਸ਼ਬਦ ਦੇ ਲੰਗਰ ਨੂੰ ਭਾਈ ਕਿਨਕਾ ਏਕ ਜਿਸ ਜੀ ਵਸਾਵੈ, ਜਿਹੜਾ ਹਿਰਦੇ ਵਿੱਚ ਵਸਾ ਲੈਂਦਾ ਹੈ। ਮਹਾਰਾਜ ਕਹਿੰਦੇ ਤਾਂ ਕਿ ਮਹਿਮਾ ਗਣੀ ਨਾ ਆਵੈ, ਉਸ ਦੀ ਮਹਿਮਾ ਅਸੀਂ ਬਿਆਨ ਨਹੀਂ ਕਰ ਸਕਦੇ। ਇਸ ਕਰਕੇ ਲੰਗਰ ਦੇ ਵਿੱਚ ਬੜਾ ਫਰਕ ਹੁੰਦਾ ਹੈ, ਅੰਨ ਦੇ ਵਿੱਚ ਬੜਾ ਫਰਕ ਹੁੰਦਾ ਹੈ। ਇਹ ਸਾਨੂੰ ਸੂਝ ਬੂਝ ਦੇ ਨਾਲ ਤਿਆਰ ਕਰਨਾ ਚਾਹੀਦਾ ਹੈ। ਜਿਹੜਾ ਅਸੀਂ ਛਕਦੇ ਹਾਂ ਉਸ ਉੱਪਰ ਭਾਈ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਜਾਵੇ। ਜਦੋਂ ਅਰਦਾਸ ਬੇਨਤੀ ਕਰੀਏ, ਜਦੋਂ ਵੀ ਖੇਤੀਬਾੜੀ ਤਿਆਰ ਕਰਦੇ ਹਾਂ, ਬੀਜ ਬੀਜਦੇ ਹਾਂ, ਬਾਣੀ ਪੜ੍ਹੀਏ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਅੱਗੇ ਅਰਦਾਸ ਕਰੀਏ। ਗਰੀਬ ਨਵਾਜ ਇਹ ਖੇਤੀਬਾੜੀ ਆਪ ਜੀ ਨੇ ਦਿੱਤੀ ਹੈ, ਅਤੇ ਆਪ ਹੀ ਗਰੀਬ ਨਵਾਜ ਅੰਗ ਸੰਗ ਹੋ ਕੇ ਸਹਾਈ ਹੋਇਓ। ਇੱਥੇ ਗੱਲ ਕੀਤੀ ਹੈ, ਜਦੋਂ ਅਕਬਰ ਬਾਦਸ਼ਾਹ ਆਇਆ, ਇਹਨੇ ਪਹਿਲਾਂ ਆਪਣੇ ਹੱਥ ਤਕੜੇ ਕੀਤੇ, ਉਹ ਖੁਸ਼ਕ ਕਰ ਲਏ ਹੱਥ, ਉਸ ਵਕਤ ਲੰਗਰ ਛਕਿਆ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜਾ ਲੰਗਰ ਛਕਦੇ ਆ, ਉਹੀ ਲੰਗਰ ਇਸ ਅਕਬਰ ਬਾਦਸ਼ਾਹ ਵਾਸਤੇ ਆਇਆ ਤਿਆਰ ਹੋ ਕੇ, ਕਿਉਂਕਿ ਇਹਨੇ ਮੰਗ ਕੀਤੀ ਸੀ, ਮਹਾਰਾਜ ਉਹੀ ਲੰਗਰ ਮੈਨੂੰ ਛਕਾਓ। ਸਵਾਦ ਅਜਾਇਬ ਜਾਣ ਵਿਕਾਸਾ, ਕਹਿੰਦੇ ਬੜਾ ਖੁਸ਼ ਹੋਇਆ ਉਸ ਵਕਤ। ਅਜਾਇਬ ਭਾਵ ਅਚਰਜ ਜਾ, ਭਾਵ ਬੜਾ ਹੀ ਅਦਭੁਤ ਜਾ ਇਹਨੇ ਸਵਾਦ, ਅਜੀਬ ਜਾ ਸਵਾਦ ਉਸ ਲੰਗਰ ਦੇ ਵਿੱਚ ਜਿਹੜਾ ਹੈ ਇਹਨੇ ਪੈਦਾ ਕੀਤਾ। ਜਿਤ
ਉੱਤਮ ਹੈ। ਦੁਨੀਆ ਦੇ ਵਿੱਚ ਜਿੰਨੇ ਵੀ ਭਾਈ ਮਧੁਰ ਪਦਾਰਥ, ਮਿੱਠੇ ਪਦਾਰਥ ਹੁੰਦੇ ਆ, ਉੱਤਮ ਚੰਗੇ ਪਦਾਰਥ ਇਹ ਹਨ। ਪ੍ਰਥਮ ਕਵਰ ਮਹਿ ਸਾਧ ਸੁਲ ਹੈ। ਕਹਿੰਦੇ ਕਵਰ ਭਾਵ ਪਹਿਲੀ ਬੁਰਕੀ ਦੇ ਵਿੱਚ, ਪਹਿਲੀ ਗਰਾਹੀ ਦੇ ਵਿੱਚ ਇਹਨੇ ਸਾਧ ਸੋ ਲਹਿ ਸਾਰੇ ਸਵਾਦ ਲੈ ਲਏ। ਰੁਚ ਜਾਗੀ ਤਵ ਦੂਸਰ ਖਾਵਾ। ਫਿਰ ਅਕਬਰ ਬਾਦਸ਼ਾਹ ਦੇ ਮਨ ਦੇ ਵਿੱਚ ਰੁਚੀ ਜਾਗੀ, ਮਨ ਦੇ ਅੰਦਰ ਫੁਰਨਾ ਪੈਦਾ ਹੋਇਆ ਕਿ ਹੁਣ ਮੈਂ ਦੂਸਰੀ ਜਿਹੜੀ ਗਰਾਹੀ ਹੈ ਉਹ ਪਾਵਾਂ ਆਪਣੇ ਮੁਖ ਦੇ ਵਿੱਚ, ਭਾਵ ਬੁਰਕੀ ਹੈ ਦੂਸਰੀ ਉਹ ਆਪਣੇ ਮੁਖ ਦੇ ਵਿੱਚ ਪਾਵਾਂ। ਤੁਰਸ਼ ਸਵਾਦ ਉੱਤਮ ਕੋ ਪਾਵਾ। ਗੁਰਮੁਖੋ ਤੁਰਸ ਨਾਮ ਖਟਖਟੇ ਦਾ ਹੁੰਦਾ ਹੈ ਕਿ ਇਹਨੇ ਦੂਸਰੀ ਬੁਰਕੀ ਦੇ ਵਿੱਚ ਖਟਖਟਾ ਜਾ, ਭਾਵ ਪਹਿਲਾਂ ਤਾਂ ਬੜਾ ਹੀ ਜਿਹੜਾ ਜਦੋਂ ਬੁਰਕੀ ਪਾਈ ਸ੍ਰੇਸ਼ਟ ਮਧੁਰ ਜਾਂ ਮਿੱਠਾ ਜਿਹਾ ਸਵਾਦ ਆਇਆ, ਦੂਸਰੀ ਬੁਰਕੀ ਪਾਈ ਹੈ ਖਟਖਟਾ ਸਵਾਦ ਉਸ ਬੁਰਕੀ ਦੇ ਵਿੱਚ ਆਇਆ। ਬਿਸਮਿਓ ਸਾਹੋ ਕਹਾ ਯਹ ਬਾਤ। ਸਾਹੂ ਅਕਬਰ ਬਾਦਸ਼ਾਹ ਹੈਰਾਨ ਹੋਇਆ ਕਿ ਕੀ ਇਹ ਬਾਤ ਹੈ, ਕੋਈ ਗੱਲ ਦੀ ਮੈਨੂੰ ਸਮਝ ਨਹੀਂ ਲੱਗ ਰਹੀ ਹੈ। ਦੁਤਿਓ ਰਸ ਹੋਇਸ ਕਿਸ ਭਾਂਤ। ਅਤੇ ਦੁਤੀਏ ਰਸ ਭਾਵ ਜਿਹੜਾ ਦੂਸਰਾ ਰਸ ਕਿਵੇਂ ਪੈਦਾ ਹੋ ਗਿਆ, ਕਿਸ ਤਰੀਕੇ ਦੇ ਨਾਲ ਪਹਿਲਾਂ ਮਿੱਠੇ ਪਦਾਰਥ ਦਾ ਰਸ ਸਵਾਦ ਆਉਂਦਾ, ਹੁਣ ਜਦੋਂ ਦੂਸਰੀ ਗਰਾਹੀ ਪਾਈ ਹੈ ਮੁਖ ਦੇ ਵਿੱਚ ਹੁਣ ਖਟਖਟਾ ਸਵਾਦ ਆਉਣ ਲੱਗ ਗਿਆ। ਬਾਹਰ ਤੀਸਰੋ ਪਾਇਸ ਕੌਰ। ਅਤੇ ਫਿਰ ਤੀਸਰੀ ਭਾਈ ਗਰਾਹੀ ਇਸ ਨੇ ਆਪਣੇ ਮੁਖ ਦੇ ਵਿੱਚ ਪਾਈ ਹੈ, ਤੀਸਰੀ ਬੁਰਕੀ ਆਪਣੇ ਨੇ ਮੁਖ ਦੇ ਵਿੱਚ ਪਾਈ ਹੈ। ਸਵਾਦ ਸਲਨ ਅਪਾਏ ਤਵ ਔਰ। ਅਤੇ ਸਵਾਦ ਸਵਲਨ ਭਾਵ ਲੂਣਾ ਜਾਂ ਸਵਾਦ ਇਸ ਨੇ ਪ੍ਰਾਪਤ ਕਰ ਲਿਆ, ਸਲੂਣਾ ਸਹਿਤ ਲੂਣ ਦਾ ਸਵਾਦ ਇਸ ਨੇ ਪਾਇਆ ਹੈ। ਤਤ ਰਥ ਮਹਿ ਪਾਇਸ ਕਹ ਪਾਇਸ। ਅਤੇ ਜਦੋਂ ਚੌਥੀ ਭਾਈ ਇਹਨੇ ਗਰਾਹੀ ਆਪਣੇ ਮੁਖ ਦੇ ਵਿੱਚ ਪਾਈ, ਪਾਇਸ ਨਾਮ ਖੀਰ ਦਾ ਹੁੰਦਾ ਹੈ, ਭਾਵ ਕਹੀਏ ਕਿ ਖੀਰ ਦਾ ਜਿਵੇਂ ਸਵਾਦ ਆਉਂਦਾ ਹੈ ਉਸ ਤਰ੍ਹਾਂ ਦਾ ਇਹਨੇ ਆਪਣੀ ਉਸ ਗਰਾਹੀ ਦੇ ਵਿੱਚ ਪਾਇਆ ਹੈ। ਜਿਉ ਜਿਉ ਅਚ ਤਿਉ ਤਿਉ ਤਿਸ ਮਾਇਸ। ਜਿਉਂ-ਜਿਉਂ ਇਹ ਭਾਈ ਲੰਗਰ ਛਕਦਾ ਹੈ ਤਿਉਂ-ਤਿਉਂ ਇਹ ਹੈਰਾਨ ਹੋ ਰਿਹਾ, ਬੜਾ ਅਚਰਜ ਹੋ ਰਿਹਾ ਹੈ। ਖਟ ਰਸ ਕੇਸ਼ਵ ਸਵਾਦ ਜੇ ਹੋਏ। ਅਤੇ ਗੁਰਮੁਖੋ 6 ਰਸਾਂ ਦੇ ਖਟ ਨਾਮ 6 ਹੁੰਦਾ ਹੈ। ਖਟ ਰਸਾਂ ਦੇ ਕਹਿੰਦੇ ਜਿੰਨੇ ਵੀ ਸਵਾਦ ਹੁੰਦੇ ਆ, ਤਰ੍ਹਾਂ ਤਰ੍ਹਾਂ ਦੇ ਸਵਾਦ ਇਹਨੇ ਸਾਰੇ ਹੀ ਚੱਖ ਲਏ। ਅਜਤ ਸ਼ਾਹੂ ਨੇ ਲੀਨੇ ਸੋਏ। ਸਾਹੂ ਅਕਬਰ ਬਾਦਸ਼ਾਹ ਨੇ ਸਾਰੇ 6 ਰਸਾਂ ਦੇ ਜਿਹੜੇ ਰਸ ਹਨ, 6 ਪਦਾਰਥਾਂ ਦੇ ਰਸ ਹਨ, ਗੁਰਮੁਖੋ ਲੰਗਰ ਦੇ ਰਸ ਹੈ, ਸਾਰੇ ਛਕੇ ਹਨ। ਜਨਮ ਧਾਰ ਜੋ ਸਵਾਦ ਨਾ ਪਾਇਓ। ਕਵੀ ਜੀ ਕਹਿੰਦੇ ਜਦੋਂ ਦਾ ਇਹਨੇ ਆਪਣੇ ਪਿਤਾ ਦੇ ਘਰ ਦੇ ਵਿੱਚ ਜਨਮ ਲਿਆ, ਜਨਮ ਤੋਂ ਬਾਅਦ ਅੱਜ ਤੱਕ ਜਦੋਂ ਦਾ ਇਹਨੇ ਜਨਮ ਲਿਆ, ਭਾਵ ਜਨਮ ਤੱਕ ਇਹਨੇ ਕੋਈ ਵੀ ਐਸਾ ਲੰਗਰ ਦਾ ਸਵਾਦ ਨਹੀਂ ਸੀ ਕਦੇ ਪ੍ਰਾਪਤ ਕੀਤਾ। ਲਵਨ ਬਹੀਨ ਉਗਰੋ ਖਾਇਓ। ਅਤੇ ਹੁਣ ਇਹਨੇ ਹੋਰ ਹੀ ਜਿਹੜੇ ਹੈ ਲਵਣ ਬਹੀਨ ਭਾਵ ਲੂਣ ਤੋਂ ਰਹਿਤ ਦਲੀਆ ਖਾ ਕੇ ਪ੍ਰਾਪਤ ਕਰ ਲਿਆ। ਧੰਨ ਗੁਰੂ ਅਮਰਦਾਸ ਮਹਾਰਾਜ ਗੁਰਮੁਖੋ ਲੂਣ ਤੋਂ ਰਹਿਤ ਦਲੀਆ ਛਕਿਆ ਕਰਦੇ ਸਨ, ਇਸ ਕਰਕੇ ਇਸ ਵਾਸਤੇ ਵੀ ਦਲੀਆ ਤਿਆਰ ਹੋ ਕੇ ਆਇਆ ਸੀ। ਤ੍ਰਿਪਤ ਸ਼ਾਹੂਕਾਰ ਬਹੁਰ ਪਖਾਰੇ। ਅਤੇ ਜਦੋਂ ਇਹ ਤ੍ਰਿਪਤ ਹੋ ਗਿਆ, ਰੱਜ ਹੋ ਗਿਆ, ਸਾਹੂ ਅਕਬਰ ਬਾਦਸ਼ਾਹ ਨੇ ਆਪਣੇ ਜਿਹੜੇ ਹੱਥ ਹਨ ਉਸ ਵਕਤ ਧੋਤੇ ਹੈ, ਭਾਵ ਤਕੜੇ ਕੀਤੇ ਹੈ। ਬਿਸਮਤ ਹੋਏ ਕਰ ਜੋਰ ਉਚਾਰੇ। ਨਾਲੇ ਹੈਰਾਨ ਹੋ ਰਿਹਾ ਹੈ ਅਤੇ ਦੋਨੇ ਹੱਥ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਜੋੜੇ ਹਨ। ਸਿਫਤ ਆਪ ਕੀ ਕਹੀ ਨਾ ਜਾਏ। ਅਤੇ ਬੇਨਤੀ ਕਰਦਾ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਜੋ ਮਹਿਮਾ ਹੈ, ਸਿਫਤੀ ਸਲਾਂਘਾ ਹੈ, ਮਹਾਰਾਜ ਸਾਡੇ ਤੋਂ ਕਹੀ ਨਹੀਂ ਜਾ ਸਕਦੀ। ਆਰਫ ਕਾਮਲ ਸਭ ਸੁਖ ਦਾਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਤੁਸੀਂ ਮਹਾਰਾਜ ਆਰਫ ਭਾਵ ਰੱਬ ਰੂਪ ਹੋ, ਅਕਾਲ ਪੁਰਖ ਪਰਮਾਤਮਾ ਦਾ ਹੀ ਰੂਪ ਹੋ, ਹਰ ਤਰ੍ਹਾਂ ਕਰਕੇ ਸੰਪੂਰਨ ਹੋ ਆਪ। ਜੇਕਰ ਮੇਰੇ ਪਰ ਅਨਕੂਲ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਸਰਬ ਸੁੱਖਾਂ ਦੇ ਦਾਤੇ ਹੋ,
ਅਤੇ ਜੇਕਰ ਤੁਸੀਂ ਮੇਰੇ ਤੇ ਅਨੁਕੂਲ ਹੋਏ ਹੋ, ਭਾਵ ਤੁਠੇ ਹੋ, ਮੇਰੇ ਤੇ ਕਿਰਪਾ ਰੂਪੀ ਘਰ ਦੇ ਵਿੱਚ ਆਏ ਹੋ, ਕਿਰਪਾ ਕਰੋ ਗਰੀਬ ਨਵਾਜ। ਹਰਖ ਦੇਹੋ ਕੁਛ ਕਰਹੁ ਕਬੂਲ। ਅਤੇ ਮਹਾਰਾਜ ਖੁਸ਼ ਹੋ ਕੇ ਗਰੀਬ ਨਵਾਜ ਮੈਂ ਆਪ ਜੀ ਦੇ ਅੱਗੇ ਕੋਈ ਭੇਟਾ ਕਰਨ ਲੱਗਿਆ, ਕਿਰਪਾ ਕਰਕੇ ਮੇਰੀ ਭੇਟਾ ਆਪ ਗਰੀਬ ਨਵਾਜ ਪ੍ਰਵਾਨ ਕਰ ਲਵੋ। ਜੋ ਸੇਵਾ ਤੁਮਰੀ ਹੋਏ ਜਾਏ। ਬਾਕੀ ਮਹਾਰਾਜ ਜੋ ਵੀ ਕਿਸੇ ਪ੍ਰਕਾਰ ਦੀ ਸੇਵਾ ਆਪ ਜੀ ਦੀ ਹੋ ਜਾਵੇ, ਬਨਹੁ ਸਫਲ ਸ਼ਾਤੀ ਮੁਝ ਆਏ। ਇਹ ਮੈਂ ਜਾਣਦਾ ਕਿ ਉਹ ਮੇਰੀ ਕੀਤੀ ਹੋਈ ਸੇਵਾ ਸਫਲ ਹੋ ਜਾਏਗੀ, ਮੇਰੇ ਮਨ ਨੂੰ ਵੀ ਸ਼ਾਂਤੀ ਆਵੇਗੀ, ਕਿਉਂਕਿ ਜੋ ਕੁਝ ਵੀ ਮੈਂ ਆਪ ਜੀ ਦੇ ਅੱਗੇ ਭੇਟਾ ਕਰਾਂਗਾ, ਮੇਰੀ ਕੀਤੀ ਹੋਈ ਭੇਟਾ ਉਹ ਸਫਲ ਹੀ ਹੋ ਜਾਏਗੀ। ਇਸ ਕਰਕੇ ਮੇਰੇ ਤਨ ਨੂੰ, ਮੇਰੇ ਮਨ ਨੂੰ ਵੀ ਸ਼ਾਂਤੀ ਆਏਗੀ। ਬਿਕਸੈ ਪ੍ਰਭੂ ਮੁਖ ਤਾਂ ਸੋ ਕਹੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਵਕਤ ਬਿਕਸੇ ਹੈ, ਭਾਵ ਖਿੜ ਗਏ, ਖੁਸ਼ ਹੋਏ। ਖੁਸ਼ ਹੋ ਕੇ ਅਕਬਰ ਬਾਦਸ਼ਾਹ ਦੇ ਤਾਈ ਗਰੀਬ ਨਵਾਜ ਨੇ ਆਖਿਆ, ਕਿਸੂ ਵਸਤ ਕੀ ਖਾਸ ਨ ਰਹੀ। ਖਵਾਸ ਨਾ ਰਹੀ ਭਾਈ ਅਕਬਰ ਬਾਦਸ਼ਾਹ, ਸਾਨੂੰ ਕਿਸੇ ਵੀ ਵਸਤੂ ਦੀ, ਭਾਵ ਕਿਸੇ ਵੀ ਪਦਾਰਥ ਦੀ ਹੁਣ ਖਵਾਇਸ਼ ਨਹੀਂ ਰਹੀ ਹੈ, ਇੱਛਾ ਨਹੀਂ ਰਹੀ ਹੈ। ਦੀਏ ਗੁਰੂ ਨੇ ਅਟੁੱਟ ਭੰਡਾਰੂ। ਇਹ ਤਾਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕਰ ਦਿੱਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਤਾਂ ਅਟੁੱਟ ਭੰਡਾਰ ਹੀ ਬਖਸ਼ਿਸ਼ ਕੀਤੇ ਆ, ਭਾਵ ਕਦੇ ਨਾ ਮੁੱਕਣ ਵਾਲੇ ਪਦਾਰਥ ਗਰੀਬ ਨਵਾਜ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੇ ਐ। ਖਰਚਤ ਖਾਵਤ ਪਾਏ ਨਾ ਪਾਰੂ। ਅਤੇ ਇੱਥੇ ਸੰਗਤਾਂ ਬਹੁਤਾ ਧਨ ਖਰਚਦੀਆਂ ਹਨ, ਭਾਵ ਕਿ ਬੌਲੀ ਸਾਹਿਬ ਦੇ ਉੱਪਰ ਬਹੁਤਾ ਧਨ ਖਰਚ ਹੋਇਆ। ਲੰਗਰ ਛਕਤ ਸੰਗਤਾਂ ਛਕਦੀਆਂ ਨੇ, ਖਾਵਤ ਖਾਂਦੀਆਂ ਹਨ, ਕਿਸੇ ਤਰ੍ਹਾਂ ਦਾ ਪਾਰ ਨਹੀਂ ਪਾਇਆ ਜਾ ਸਕਦਾ, ਭਾਵ ਲੰਗਰ ਦਾ, ਪਦਾਰਥ ਦਾ, ਮਾਇਆ ਦਾ ਕਦੇ ਅੰਤ ਨਹੀਂ ਪੈਂਦਾ। ਸ਼ਾਹੋ ਸਹਿਤ ਉਮਰਾਵਨ ਫੇਰ। ਅਤੇ ਬਾਕੀ ਜਿਹੜੇ ਉਮਰਾਵ ਉਸ ਸ਼ਾਹੂਕਾਰ ਦੇ ਨਾਲ ਆਏ ਸਨ, ਕਿ ਵਜ਼ੀਰ ਅਕਬਰ ਬਾਦਸ਼ਾਹ ਦੇ ਜਿਹੜੇ ਭਾਈ ਨਾਲ ਆਏ ਹੋਏ ਸਨ, ਬੇਰ ਬੇਰ ਕਹਿ ਕਰਹੁ ਨਾ ਫੇਰ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਆਖਦੇ ਆ, ਵਾਰ ਗਰੀਬ ਨਵਾਜ ਦੇ ਕੋਲੇ ਬੇਨਤੀਆਂ ਕਰਦੇ ਆ, ਮਹਾਰਾਜ ਅਕਬਰ ਬਾਦਸ਼ਾਹ ਆਪ ਜੀ ਦੇ ਕੋਲੇ ਜ਼ਮੀਨ ਭੇਟਾ ਕਰਨਾ ਚਾਹੁੰਦਾ, ਮਾਇਆ ਭੇਟਾ ਕਰਨਾ ਚਾਹੁੰਦਾ ਹੈ, ਆਪ ਫੇਰਨਾ ਨਾ ਕਰੋ, ਭਾਵ ਆਪ ਜੀ ਇਸ ਦੀ ਗਰੀਬ ਨਵਾਜ ਕੀਤੀ ਹੋਈ ਭੇਟਾ ਮੋੜੋ ਨਾ। ਕਿਤਕ ਗ੍ਰਾਮ ਕੋ ਪਟਾ ਲਿਖਾਇਵ। ਅਤੇ ਇਹ ਆਪ ਜੀ ਦੇ ਕੋਲੇ ਕੁਝ ਕੁ ਗ੍ਰਾਮ ਨਗਰਾਂ ਦਾ ਪਟਾ ਲਿਖਾਉਣਾ ਚਾਹੁੰਦਾ ਹੈ, ਭਾਵ ਆਪ ਜੀ ਦੇ ਨਾਂ ਇਹ ਜ਼ਮੀਨ ਕਰਨਾ ਚਾਹੁੰਦਾ ਹੈ। ਸ਼੍ਰੀ ਸਤਿਗੁਰ ਕੇ ਚਰਨ ਚੜਾਇਵ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਭੇਟਾ ਚੜਾ ਦਿੱਤੀ। ਅਸਲ ਦੇ ਵਿੱਚ ਗੱਲ ਇਹ ਭਾਈ ਕਵੀ ਜੀ ਨੇ ਅਗਲੇ ਪ੍ਰਸੰਗ ਦੇ ਵਿੱਚ ਆਪ ਹੀ ਦੱਸ ਜਾਣਗੇ। ਜਦੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆ ਦੇ ਵਾਲੀ ਨੇ ਅਕਬਰ ਬਾਦਸ਼ਾਹ ਦੀ ਭੇਟਾ, ਜ਼ਮੀਨ ਕੀਤੀ ਹੋਈ ਭੇਟਾ, ਉਹ ਗੁਰਮੁਖੋ ਪ੍ਰਵਾਨ ਨਾ ਕੀਤੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਬੇਨਤੀ ਕੀਤੀ ਸੀ ਕਿ ਮਹਾਰਾਜ ਜਿਹੜਾ ਆਪ ਜੀ ਦੇ ਦਰ ਦੇ ਉੱਪਰ ਲੰਗਰ ਚੱਲਦਾ ਹੈ, ਇਹ ਮੇਰੀ ਜ਼ਮੀਨ ਦੇ ਵਿੱਚੋਂ ਆਇਆ ਕਰੇਗਾ, ਲੰਗਰ ਮੈਂ ਆਪ ਜੀ ਦੇ ਦਰ ਤੇ ਮੈਂ ਚਲਾਇਆ ਕਰਾਂਗਾ, ਭਾਵ ਮੇਰੀ ਜ਼ਮੀਨ ਜਿਹੜੀ ਮੈਂ ਭੇਟਾ ਕਰਾਂਗਾ ਉੱਥੋਂ ਲੰਗਰ ਆਏਗਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ ਕਿ ਨਹੀਂ ਅਕਬਰ ਬਾਦਸ਼ਾਹ, ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਖੁਦਾ ਦਾ ਚਲਾਇਆ ਹੋਇਆ ਲੰਗਰ ਹੈ, ਇੱਕ ਬਾਦਸ਼ਾਹ ਦੇ ਨਾਂ ਤੇ ਇਹ ਲੰਗਰ ਨਹੀਂ ਚੱਲ ਸਕਦਾ। ਗਰੀਬ ਨਵਾਜ ਨੇ ਭਾਈ ਉਸ ਵਕਤ ਮਨ੍ਹਾ ਕਰ ਦਿੱਤਾ ਸੀ, ਅਤੇ ਵਜ਼ੀਰਾਂ ਨੇ ਵਾਰ ਆਖਿਆ, ਅਤੇ ਮਾਤਾ ਖੀਵੀ ਜੀ ਦੇ ਨਾਂ ਤੇ ਉਸ ਵਕਤ ਇਹ ਲੰਗਰ ਗੁਰਮੁਖੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਜ਼ਮੀਨ ਭੇਟਾ ਕੀਤੀ ਸੀ। ਮਾਤਾ ਜੀ ਦੇ ਭਾਵ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਪੁੱਤਰੀ ਦੇ ਨਾਂ ਤੇ ਜ਼ਮੀਨ ਇਹ ਲਵਾਈ ਗਈ ਸੀ। ਕਿਉਂਕਿ ਆਪਾਂ ਅੱਜ ਕੱਲ੍ਹ ਵੀ ਦੇਖਦੇ ਹਾਂ, ਜਦੋਂ ਘਰਾਂ ਦੇ ਵਿੱਚ ਕੋਈ ਰਿਸ਼ਤੇਦਾਰ ਆਉਂਦਾ ਹੈ, ਜਦੋਂ ਕੋਈ ਘਰ ਦਾ ਵੱਡਾ ਮੈਂਬਰ ਕੋਈ ਮਾਇਆ ਕੋਈ ਉਹਨੂੰ ਦੇ ਕੇ ਜਾਵੇ ਤੇ ਉਹ ਪ੍ਰਵਾਨ ਨਾ ਕਰੇ, ਤੇ ਘਰ ਦੇ ਵਿੱਚ ਆਪਣੀਆਂ ਧੀਆਂ ਭੈਣਾਂ ਹੋਣ, ਲੜਕੀਆਂ ਹੋਣ, ਜਾਂਦਾ ਫਿਰ ਗੁਰਮੁਖੋ ਉਹਨਾਂ ਨੂੰ ਕੋਈ 150 ਰੁਪਈਆ ਦੇ ਜਾਂਦਾ ਹੈ।
ਇਸੇ ਤਰ੍ਹਾਂ ਹੀ ਅਕਬਰ ਬਾਦਸ਼ਾਹ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਆਇਆ, ਗਰੀਬ ਨਵਾਜ ਨੇ ਮਾਇਆ ਪ੍ਰਵਾਨ ਨਹੀਂ ਸੀ ਕੀਤੀ, ਜ਼ਮੀਨ ਪ੍ਰਵਾਨ ਨਹੀਂ ਸੀ ਕੀਤੀ, ਪਰ ਮਾਤਾ ਜੀ ਦੇ ਇਸੇ ਤਰ੍ਹਾਂ ਨਾਂ 'ਤੇ ਇਹਨੇ ਅਕਬਰ ਬਾਦਸ਼ਾਹ ਨੇ ਜ਼ਮੀਨ ਲਵਾਈ ਸੀ। ਉਹ ਪ੍ਰਸੰਗ ਕਵੀ ਜੀ ਆਖ ਰਹੇ ਹੈ ਕਿ ਸਤਿਗੁਰੂ ਗਰੀਬ ਨਵਾਜ ਦੇ ਚਰਨਾਂ 'ਤੇ ਜਿੰਨੀ ਜ਼ਮੀਨ ਸੀ ਅਕਬਰ ਬਾਦਸ਼ਾਹ ਨੇ ਭੇਟਾ ਕੀਤੀ ਸੀ। ਸ੍ਰੀ ਸਤਿਗੁਰ ਕੇ ਚਰਨ ਚੜਾਇਵ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਭੇਟਾ ਕਰ ਦਿੱਤੀ ਸੀ ਜ਼ਮੀਨ। ਇਹ ਸਭ ਨਿਰਣੈ ਆਗੇ ਕਰ ਹੈ। ਬਾਕੀ ਕਵੀ ਜੀ ਹੁਣ ਆਪ ਹੀ ਆਖ ਰਹੇ ਆ, ਕਹਿੰਦੇ ਇਹ ਜਿਹੜਾ ਨਿਰਣਾ ਹੈ ਆਪਾਂ ਅਗਲੀ ਕਥਾ ਦੇ ਵਿੱਚ ਕਰਾਂਗੇ। ਜਹਾਂ ਸੁਦਾਸਰ ਕਥਾ ਉਚਰ ਹੈ। ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸਰੋਵਰ ਦੀ ਕਥਾ ਆਵੇਗੀ, ਸੁਦਾਸੁਰ ਭਾਵ ਸੁਧ ਆਸੁਰ ਭਾਵ ਕੀ ਹੈ ਕਿ ਅੰਮ੍ਰਿਤਸਰ ਸਰੋਵਰ ਦੀ ਜਦੋਂ ਕਥਾ ਆਵੇਗੀ ਉਸ ਵਕਤ ਇਹ ਸਾਰੀ ਭਾਈ ਜ਼ਮੀਨ ਦੀ ਕਥਾ ਕਵੀ ਜੀ ਆਖ ਰਹੇ ਆ ਕਿ ਅਸੀਂ ਆਖਾਂਗੇ। ਦੇ ਕਰ ਗਇਓ ਗ੍ਰਾਮ ਸੁਲਤਾਨ। ਅਤੇ ਕੁਝ ਨਗਰ ਸੁਲਤਾਨ ਉਸ ਵਕਤ ਦਾ ਬਾਦਸ਼ਾਹ ਅਕਬਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਭੇਟਾ ਚੜਾ ਕੇ ਗਿਆ ਸੀ ਜ਼ਮੀਨ ਦੇ। ਬੈਠੇ ਸ਼ੋਭਤ ਗੁਰ ਭਗਵਾਨ। ਧੰਨ ਗੁਰੂ ਅਮਰਦਾਸ ਮਹਾਰਾਜ ਬੈਠੇ ਹੋਏ ਐ, ਸੋਭ ਰਹੇ ਐ ਗੁਰੂ ਭਗਵਾਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ। ਦੋਹਰਾ ਰਾਮਦਾਸ ਹਿਤ ਗ੍ਰਾਮ ਸਭ। ਅਤੇ ਇਧਰ ਭਵਿੱਖ ਦੀ ਗੱਲ ਗਰੀਬ ਨਿਵਾਜ ਧੰਨ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਐ ਕਿ ਜਦੋਂ ਅਸੀਂ ਸੱਚਖੰਡ ਨੂੰ ਰਵਾਨਾ ਹੋਵਾਂਗੇ, ਸੱਚਖੰਡ ਵੱਲ ਚਲੇ ਜਾਵਾਂਗੇ, ਸਾਡੀ ਗੁਰਤਾ ਗੱਦੀ ਦੇ ਮਾਲਕ ਗੁਰੂ ਰਾਮਦਾਸ ਮਹਾਰਾਜ ਬਣਨਗੇ ਅਤੇ ਉਹਨਾਂ ਦੇ ਹਿੱਤ ਵਾਸਤੇ ਭਾਵ ਉਹਨਾਂ ਦੇ ਭਲੇ ਵਾਸਤੇ ਜਿਹੜੇ ਗ੍ਰਾਮ ਨਗਰ ਹਨ। ਲੀਨ ਗੁਰੂ ਮਹਾਰਾਜ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅਕਬਰ ਬਾਦਸ਼ਾਹ ਤੋਂ ਲੈਣਾ ਕੀਤੇ ਐ ਜਾਨ ਭਖਤ ਸਰਬਗਤ। ਅਤੇ ਭਵਿੱਖ ਦੀ ਸਾਰੀ ਗੱਲ ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਾਣ ਕੇ ਵਰਦਨ ਜਥਾ ਸਮਾਜ। ਕਿ ਜਿਵੇਂ ਜਿਵੇਂ ਸਿੱਖ ਭਾਈ ਵੱਧ ਰਹੇ ਸਨ, ਖਾਲਸਾ ਪੰਥ ਵੱਧ ਰਿਹਾ ਸੀ, ਉਵੇਂ ਉਵੇਂ ਭਵਿੱਖ ਦੀ ਗੱਲ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਾਣ ਲਈ ਕਿ ਅੱਗੇ ਜ਼ਮੀਨ ਦੀ ਲੋੜ ਪਵੇਗੀ, ਜਗ੍ਹਾ ਦੀ ਲੋੜ ਪਵੇਗੀ, ਲੰਗਰ ਦੀ ਲੋੜ ਪਵੇਗੀ। ਇਸ ਕਰਕੇ ਉਹ ਅਕਬਰ ਬਾਦਸ਼ਾਹ ਦੀ ਕੀਤੀ ਹੋਈ ਭੇਟਾ ਸਤਿਗੁਰੂ ਮਹਾਰਾਜ ਜੀ ਨੇ ਪ੍ਰਵਾਨ ਕਰ ਲਈ ਸੀ। ਜਾਓ ਪਈ ਸ੍ਰੀ ਸਤਿਗੁਰ ਇਮ ਭਗਤ ਵਿਥਾਰਤ। ਇਸ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਭਗਤੀ ਦਾ ਵਿਸਥਾਰ ਕੀਤਾ, ਫੈਲਾਓ ਕੀਤਾ ਬਖਸ਼ਿਸ਼ ਕਰਤ ਦੇਖ ਕਰ ਆਰਤ। ਅਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਸੇ ਨੂੰ ਦੁਖੀ ਦੇਖ ਲੈਂਦੇ। ਭਾਵ ਕਹੀ ਹੈ ਕਿ ਜਦੋਂ ਵੀ ਕੋਈ ਦੁਖੀ ਆ ਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਬੇਨਤੀਆਂ ਕਰਦਾ ਜਾਂ ਸਤਿਗੁਰੂ ਜੀ ਦੀ ਨਜ਼ਰ ਪੈ ਜਾਂਦੀ, ਉਸੇ ਵਕਤ ਉਸ ਦਾ ਦੁੱਖ ਦੂਰ ਕਰ ਦਿਆ ਕਰਦੇ ਸਨ। ਛੋਟੀ ਸੁਤਾ ਸੇਵਨਤ ਕਰੈ। ਅਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਛੋਟੀ ਸੁਤਾ ਬੀਬੀ ਭਾਨੀ ਹਮੇਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਰਹਿੰਦੀ ਹੈ। ਲਖ ਹੈ ਪ੍ਰਭੂ ਇਮ ਭਾਉ ਸੋ ਧਰੈ। ਅਤੇ ਪ੍ਰਭੂ ਧਾਰਦੀ ਹੈ ਆਪਣੇ ਮਨ ਦੇ ਅੰਦਰ ਭਾਉ ਪ੍ਰੇਮ ਧਾਰ ਕੇ, ਡਰ ਧਾਰ ਕੇ ਹਮੇਸ਼ਾ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕਰਦੀ ਹੈ। ਪਿਤ ਕਰ ਨਹਿ ਜਾਣਹਿ ਬਹੁ ਸਿਆਣੀ। ਅਤੇ ਬਹੁਤ ਹੀ ਕਵੀ ਜੀ ਕਹਿੰਦੇ ਬੀਬੀ ਭਾਨੀ ਸਿਆਣੀ ਹੈ, ਸਿਆਣੇ ਸੁਭਾਅ ਵਾਲੀ ਹੈ, ਚੰਗੇ ਸ਼ੁਭ ਸੁਭਾਅ ਵਾਲੀ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਪਣਾ ਪਿਤਾ ਨਹੀਂ ਜਾਣਦੀ, ਪਿਤਾ ਕਰਕੇ ਸੇਵਾ ਨਹੀਂ ਕਰਦੀ ਅਤੇ ਉਹ ਅਕਾਲ ਪੁਰਖ ਪਰਮਾਤਮਾ ਦਾ ਰੂਪ ਜਾਣ ਕੇ ਸੇਵਾ ਕਰਦੀ ਹੈ ਕਿ ਗੁਰੂ ਅਮਰਦਾਸ ਮਹਾਰਾਜ ਨਿਰੰਕਾਰ ਦਾ ਰੂਪ ਹੈ। ਭਾਵੇਂ ਆਪ ਹੈ ਲੜਕੀ, ਪਰ ਫਿਰ ਵੀ ਦੇਖੋ ਗੁਰਮੁਖੋ ਕਿਤੇ ਨਾ ਕਿਤੇ ਜਿਹੜੀਆਂ ਲੜਕੀਆਂ ਹਨ ਉਹ ਆਪਣੇ ਪਿਤਾ ਦੀ ਸੇਵਾ ਦੇ ਵਿੱਚ ਕਹਿਣਗੀਆਂ ਕਿ ਹਾਂ ਠੀਕ ਹੈ ਤਾਂ ਮੇਰਾ ਪਿਤਾ ਹੈ। ਪਰ ਬੀਬੀ ਨੇ ਜਿਹੜੀ ਬੀਬੀ ਭਾਨੀ ਨੇ ਜਿਹੜੀ ਸੇਵਾ ਕੀਤੀ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਇੰਨੀ ਸੇਵਾ ਕੀਤੀ। ਪਿਤਾ ਜਾਣ ਕੇ ਇਕੱਲੀ ਸੇਵਾ ਨਹੀਂ ਕੀਤੀ, ਕਹਿੰਦੇ ਗੁਰੂ ਜਾਣ ਕੇ ਹਮੇਸ਼ਾ ਹੀ ਸੇਵਾ ਕਰਦੇ ਰਹੇ। ਭਾਉ ਭਗਤ ਕੋ ਤਨ ਜਨ ਭਾਨੀ। ਅਤੇ ਇਸੇ ਤਰ੍ਹਾਂ ਭਾਉ ਭਗਤ ਕੋ ਕਹਿੰਦੇ ਐ ਕਿ ਮਾਨੋ ਜਿਵੇਂ ਬੀਬੀ ਭਾਨੀ ਨੇ ਪ੍ਰੇਮਾ ਭਗਤੀ ਦਾ ਹੀ ਸਰੂਪ ਧਾਰਨ ਕੀਤਾ ਹੋਵੇ, ਰੂਪ ਧਾਰਨ ਕੀਤਾ ਹੋਵੇ। ਮਨ ਹੋ ਕੀਰਤੀ ਰੂਪ ਕਰਿਓ ਹੈ।
ਅਤੇ ਮਾਨੋ ਜਿਹੜਾ ਕੀਰਤੀ ਜਸ ਦਾ ਹੀ ਰੂਪ ਬੀਬੀ ਭਾਨੀ ਨੇ ਕੀਤਾ ਹੋਵੇ। ਕੈ ਰਰੀ ਸ਼੍ਰੀ ਨਿਜ ਬੇਸ ਧਰਿਓ ਹੈ। ਕੈ ਰਰੀ ਭਾਵ ਕੀ ਹੈ ਕਿ ਜਿਹੜਾ ਸ੍ਰਿਸ਼ਟ ਸਰੂਪ ਵਾਲਾ ਮਾਨੋ ਪ੍ਰਤਾਪਸ਼ੀਲ ਕਹਿੰਦੇ ਐ। ਸ਼੍ਰੀ ਨਾਮ ਲక్ష్ਮੀ ਦਾ ਹੁੰਦਾ, ਲక్ష్ਮੀ ਨੇ ਹੀ ਸਰੂਪ ਧਾਰਨ ਕੀਤਾ ਹੋਵੇ, ਭੇਸ ਧਾਰਨ ਕੀਤਾ ਹੋਵੇ। ਬੜ ਭਾਗਾ ਪ੍ਰਤਬਤਾ ਸੁਸ਼ੀਲਾ। ਬੀਬੀ ਭਾਨੀ ਵੱਡਿਆਂ ਭਾਗਾਂ ਵਾਲੀ ਹੈ, ਪਤਿਵ੍ਰਤਾ ਇਸਤਰੀ ਹੈ, ਬੜੀ ਸੁਸ਼ੀਲ ਪਤੀਵਰਤਾ ਵਾਲੀ ਹੈ, ਪਵਿੱਤਰ ਹੈ, ਸਿਆਣੀ ਹੈ। ਨਮਰ ਭੂਤ ਨਿਤ ਸਮਰਤ ਗਹੀਲਾ। ਅਤੇ ਹਮੇਸ਼ਾ ਹੀ ਭਾਈ ਨਿਮਰਤਾ ਦੇ ਧਾਈ ਧਾਰਨ ਕਰਦੀ ਹੈ, ਭਾਵ ਹੰਕਾਰ ਤੋਂ ਰਹਿਤ ਹੈ। ਇਸੇ ਤਰ੍ਹਾਂ ਭੂਤ ਨਾਮ ਸੁਚਮਤਾ ਨੂੰ ਧਾਰਨ ਕਰਦੀ ਹੈ। ਹੋਰ ਸੁਮਤ ਗਹੀਲਾ ਬੜੀ ਹੀ ਭਾਈ ਸ੍ਰੇਸ਼ਟ ਬੁੱਧੀ ਵਾਲੀ ਹੈ, ਸ੍ਰੇਸ਼ਟ ਬੁੱਧੀ ਨੂੰ ਗ੍ਰਹਿਣ ਕਰਨ ਵਾਲੀ ਹੈ। ਅਪਰ ਨਿਕਟ ਕੋ ਕੋਨ ਨ ਪਾਵੈ। ਅਤੇ ਹੋਰ ਕੋਈ ਵੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਨਹੀਂ ਆਉਂਦਾ। ਇੱਕੋ ਹੀ ਇੱਕ ਮਾਤਾ ਬੀਬੀ ਵਾਹਿਗੁਰੂ ਬੀਬੀ ਭਾਨੀ ਜੀ ਸੇਵਾ ਦੇ ਵਿੱਚ ਆਉਂਦੇ ਹੈ। ਇਹ ਦਰ ਸ਼ਰਦਾ ਸੇਵਕ ਮਾਵੈ। ਇਹ ਸ਼ਰਧਾ ਧਾਰ ਕੇ, ਭਾਵਨਾ ਧਾਰ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਰਦੇ। ਤਥਾ ਪ੍ਰਸੰਨ ਹੋਏ ਪਿਤ ਹੇਰ। ਅਤੇ ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਸੰਨ ਹੋ ਜਾਣ, ਖੁਸ਼ ਹੋ ਜਾਣ, ਇਸ ਤਰ੍ਹਾਂ ਜਦੋਂ ਦੇਖ ਕੇ ਤਥਾ ਕਰਹਿ ਨਿਤ ਸੇਵ ਬਡੇਰ। ਅਤੇ ਵੱਡਿਆਂ ਭਾਗਾਂ ਵਾਲੀ ਬਹੁਤੀ ਸੇਵਾ ਕਰਦੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ। ਪਹਿਰ ਰਾਤ ਤੇ ਕਰਹਿ ਸਨਾਨ। ਜਦੋਂ ਪਹਿਰ ਰਾਤ ਰਹਿ ਜਾਂਦੀ ਹੈ, ਭਾਵ 3 ਕੁ ਵੱਜ ਜਾਂਦੇ ਹੈ ਅੰਮ੍ਰਿਤ ਵੇਲੇ ਦੇ, ਉਸ ਵਕਤ ਬੀਬੀ ਭਾਨੀ ਗੁਰਮੁਖੋ ਆਰਾਮ ਕਰਕੇ ਉੱਠਦੇ ਹੈ। ਉੱਠ ਕਰਕੇ ਸੌਚ ਇਸ਼ਨਾਨ ਕਰਕੇ ਜਦੋਂ ਇਸੇ ਤਰ੍ਹਾਂ ਤਿਆਰ ਹੋ ਕੇ ਸਨੱਧ ਤਿਆਰ ਹੋ ਕੇ ਤਬ ਪਹੁੰਚਹਿ ਦਰਸ਼ਨ ਹਿਤ ਠਾਨ। ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਾਸਤੇ ਬੀਬੀ ਭਾਨੀ ਜੀ ਚਲੇ ਜਾਂਦੇ ਐ। ਮਨ ਕਰ ਬੰਧਨ ਕਰਹਿ ਸਦੀਵ। ਅਤੇ ਮਨ ਕਰਕੇ ਵੀ ਹਮੇਸ਼ਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੰਦਨਾ ਕਰਦੇ ਆ। ਭਾਵੇਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੁਪੁੱਤਰੀ ਹੈ ਬੀਬੀ ਭਾਨੀ। ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਹਾਂ ਇਸ ਕਰਕੇ ਕਿਉਂਕਿ ਬੀਬੀ ਭਾਨੀ ਨੇ ਕੱਲਾ ਪਿਤਾ ਨਹੀਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਾਣਿਆ, ਪਰਮੇਸ਼ਰ ਜਾਣਿਆ। ਬੀਬੀ ਭਾਨੀ ਨੇ ਪਤਿਵ੍ਰਤਾ ਇਸਤਰੀ ਸੀ, ਇਸੇ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਪ੍ਰੇਮ ਕਰਨ ਵਾਲੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰੇਮ ਕਰਨ ਵਾਲੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਮੇਸ਼ਾ ਸੇਵਾ ਦੇ ਵਿੱਚ ਰਹਿਣ ਵਾਲੀ ਸੀ। ਅੰਮ੍ਰਿਤ ਵੇਲੇ ਉੱਠਦੀ, ਇਸ਼ਨਾਨ ਪਾਣ ਕਰਕੇ, ਬਾਣੀ ਪੜ੍ਹ ਕੇ ਗਰੀਬ ਨਵਾਜ ਦੇ ਦਰਸ਼ਨਾਂ ਦੇ ਵਾਸਤੇ ਚਲੇ ਜਾਂਦੇ ਸਨ। ਪਿਤਾ ਪਰਮੇਸ਼ਰ ਜਾਣਹਿ ਜੀਵ। ਅਤੇ ਇਸੇ ਤਰ੍ਹਾਂ ਜੀਵ ਜਿਉਂਦੀ ਸੀ ਪਿਤਾ ਪਰਮੇਸ਼ਰ ਜਾਣ ਕਰਕੇ, ਅਕਾਲ ਪੁਰਖ ਦਾ ਰੂਪ ਜਾਣ ਕੇ। ਬਹੁਰ ਸੇਵ ਹਿਤ ਜਬ ਕਬ ਆਵੈ। ਅਤੇ ਫਿਰ ਵੀ ਕਹਿੰਦੇ ਜਦੋਂ ਕਦੋਂ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਬੀਬੀ ਭਾਨੀ ਜੀ ਆਇਆ ਕਰਦੇ ਸਨ। ਭਾਨੀ ਕ੍ਰਿਤ ਗੁਰੂ ਮਨ ਭਾਵੈ। ਬੀਬੀ ਭਾਨੀ ਦੀ ਕੀਤੀ ਹੋਈ ਸੇਵਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੜੀ ਭਾਉਂਦੀ ਸੀ, ਬੜੀ ਚੰਗੀ ਲੱਗਿਆ ਕਰਦੀ। ਇੱਕ ਦਿਨ ਬੈਠੀ ਬਨ ਕੈ ਦੀਨ। ਅਤੇ ਬਹੁਤ ਆਜ਼ਿਜ਼ ਨਿਮਾਣੇ ਹੋ ਕਰਕੇ ਬੀਬੀ ਭਾਨੀ ਜੀ ਗਰੀਬ ਨਵਾਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਸਜੇ ਹੋਏ ਸਨ। ਇੱਕ ਦਿਨ ਬਿਨਤੀ ਸਹਿਤ ਬੋਲਬੋ ਕੀਨ। ਦੋਨੇ ਹੱਥ ਜੋੜੇ ਐ, ਬੜੇ ਹੀ ਭਾਈ ਬੇਨਤੀ ਵਾਲੇ ਬਚਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਆਖੇ। ਪਿਤ ਜੀ ਵੱਡੇ ਸ਼ਰੀਕ ਹਮਾਰੇ। ਕੀ ਬੇਨਤੀ ਕੀਤੀ ਹੈ? ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਪਿਤਾ ਜੀ ਆ ਸਾਡੇ ਵੱਡੇ ਜਿਹੜੇ ਸ਼ਰੀਕ ਹਨ, ਭਾਵ ਸਾਡੇ ਸ਼ਰੀਕਾ ਜੋ ਹੈ ਅਦਕ ਧਨੀ ਗਨ ਹਿਰਦੇ ਹੰਕਾਰੇ। ਮਹਾਰਾਜ ਉਹ ਬਹੁਤੇ ਧਨੀ ਹਨ, ਬੜਾ ਧਨ ਦੌਲਤ ਹੈ ਉਹਨਾਂ ਦੇ ਘਰਾਂ ਦੇ ਵਿੱਚ, ਬੜਾ ਹੰਕਾਰ ਕਰਨ ਵਾਲੇ ਹੈ, ਧਨ ਦਾ ਤੇ ਤਨ ਦਾ ਹੰਕਾਰ ਕਰਨ ਵਾਲੇ ਹੈ। ਸਰਵ ਸ਼ਰੀਕਨ ਉੱਚਾ ਬੋਲ ਹੈ। ਅਤੇ ਮਹਾਰਾਜ ਸਾਰੀਆਂ ਜਿਹੜੀਆਂ ਸ਼ਰੀਕਣੀਆਂ ਹਨ ਉਹ ਸਾਡੇ ਤਾਈਂ ਮਹਾਰਾਜ ਉੱਚਾ ਹੀ ਬੋਲਦੀਆਂ ਹਨ, ਭਾਵ ਬੜੇ ਕੌੜੇ ਬਚਨ ਆਖਦੀਆਂ ਨੇ। ਵਸਤਰਨ ਪਹਿਰਹਿ ਲੈ ਬਹੁ ਮੁੱਲ ਹੈ। ਮਹਾਰਾਜ ਵਸਤਰ ਬੜੇ ਹੀ ਅਮੋਲ ਵਸਤਰ ਪਹਿਨਦੀਆਂ ਹਨ, ਬੜੇ ਹੀ ਮੁੱਲ ਦੇ ਵਸਤਰ ਲੈ ਕੇ ਤਨ ਦੇ ਉੱਪਰ ਪਹਿਨਦੀਆਂ ਹਨ। ਕੰਚਨ ਕੇ ਭੂਖਨ ਬਹੁ ਪਾਵ ਹੈ।
ਬਾਕੀ ਸੋਨੇ ਦੇ ਬੜੇ ਹੀ ਭੂਖਣ ਗਹਿਣੇ ਸਰੀਰ ਦੇ ਉੱਪਰ ਪਾਉਂਦੀਆਂ ਨੇ। हमको तर्क है और गर्भाव है। ਬਾਕੀ ਮਹਾਰਾਜ ਸਾਨੂੰ ਅਨੇਕਾਂ ਪ੍ਰਕਾਰ ਦੀਆਂ ਤਰਕਾਂ ਕਰਦੀਆਂ ਨੇ, ਨਾਲੇ ਹਿਰਦੇ ਵਿੱਚ ਹੰਕਾਰ ਕਰਦੀਆਂ ਹਨ। सुन तन जाके मन की जान। ਜਦੋਂ ਆਪਣੀ ਸੁਪੁੱਤਰੀ ਬੀਬੀ ਭਾਨੀ ਦੇ ਬਚਨ ਗਰੀਬ ਨਵਾਜ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੁਣੇ, ਸੁਣ ਕਰਕੇ ਗਰੀਬ ਨਵਾਜ ਨੇ ਬੀਬੀ ਭਾਨੀ ਦੀ ਮਨ ਦੀ ਭਾਈ ਅੰਦਰਲੀ ਗੱਲ ਜਾਣ ਲਈ। बोले श्री सतगुर भगवान। ਸ਼੍ਰੀ ਪਰਮੇਸ਼ਰ ਭਗਵਾਨ ਖਟ ਭਗਾ ਸੰਪੰਨ ਸਤਿਗੁਰੂ ਜੀ ਬੋਲੇ ਹਨ। ਸਮੁਖ ਸਲਾ ਇੱਕ ਪਰੀ ਨਿਹਾਰੀ। ਉਸ ਵਕਤ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਹਮਣੇ ਭਾਈ ਇੱਕ ਇੱਟ ਪੱਥਰ ਦੀ ਪਈ ਦੇਖੀ ਹੈ। ਇਤ ਕਹੇਮ ਮਹਿ ਹੋਏ ਸਭ ਕਾਰੀ। ਗਰੀਬ ਨਵਾਜ ਨੇ ਆਖਿਆ ਕਿ ਦੇਖ ਸੁਤਾ ਪੁੱਤਰੀ ਆ, ਦੇਖ ਤੇਰੇ ਸਾਹਮਣੇ ਜਿਹੜੀ ਆ ਪੱਥਰ ਦੀ ਪਈ ਹੋਈ ਇੱਟ, ਜੇ ਅਸੀਂ ਇਹ ਸੋਨੇ ਦੀ ਬਣਾ ਦਈਏ ਤੇਰਾ ਇਸ ਦੇ ਨਾਲ ਗੁਜ਼ਾਰਾ ਹੋਵੇਗਾ ਜਾਂ ਨਹੀਂ ਹੋਵੇਗਾ, ਇਸ ਤਰ੍ਹਾਂ ਬੋਲੇ ਹਨ। ਬਸਤਰ ਬੇਭੂਖਣ ਹੋਏ ਕਿ ਨਾਹੀ। ਆ ਤੇਰੇ ਜਿਹੜੇ ਵਸਤਰ ਹਨ, ਤਨ ਦੇ ਉੱਪਰ ਪਹਿਨਣ ਵਾਲੇ ਵਸਤਰ ਤੇ ਜਾਂ ਗਹਿਣੇ ਪਹਿਨਣ ਵਾਲੇ ਐ, ਇਹ ਤੇਰੇ ਆ ਜਾਣਗੇ ਜਾਂ ਨਹੀਂ ਆਉਣਗੇ। ਜੇ ਕਰ ਬਣਹਿ ਗਹੁ ਕਰ ਮਾਹੀ। ਅਤੇ ਜੇ ਤੇਰਾ ਗੁਜ਼ਾਰਾ ਹੋ ਜਾਵੇਗਾ ਤੇ ਫਿਰ ਇਹ ਆਪਣੇ ਤਨ ਆਪਣੇ ਹੱਥ ਦੇ ਵਿੱਚ ਇਹ ਜਿਹੜੀ ਪਈ ਹੋਈ ਇੱਟ ਇਹਨੂੰ ਧਾਰਨ ਕਰ ਲੈ, ਭਾਵ ਚੱਕ ਲੈ। ਪਿਤ ਜੀ ਆਪ ਸਰਬਗਤ ਜਾਨੋ। ਉਸ ਵਕਤ ਬੀਬੀ ਭਾਨੀ ਨੇ ਫਿਰ ਦੋਨੇ ਹੱਥ ਜੋੜੇ, ਬੇਨਤੀ ਕਰਨ ਲੱਗੇ ਆ ਕਿ ਪਿਤਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ, ਤੁਸੀਂ ਸਭ ਗਤਾ ਸੰਪੂਰਨ ਹੋ ਮਹਾਰਾਜ, ਸਭ ਗਤੀ ਨੂੰ ਮਰਿਆਦਾ ਨੂੰ ਜਾਣਨ ਵਾਲੇ ਹੋ, ਹਰ ਇੱਕ ਗੱਲ ਨੂੰ ਜਾਣਨ ਵਾਲੇ ਹੋ। ਸਭ ਵਿਦ ਸਮਰਥ ਚਹੁ ਸੋ ਠਾਨੋ। ਅਤੇ ਸਭ ਗੱਲਾਂ ਕਰਕੇ, ਸਭ ਮਰਿਆਦਾ ਕਰਕੇ, ਸਭ ਵਿਧੀ ਕਰਕੇ ਸਮਰੱਥ ਹੋ ਮਹਾਰਾਜ, ਜੋ ਤੁਸੀਂ ਆਪ ਜੀ ਚਾਹੋ ਉਹ ਕਰ ਸਕਦੇ ਹੋ। ਇਮ ਕਹਿ ਸਿਲਾ ਬਿਲੋਕੀ ਜਬੈ। ਇਸ ਤਰ੍ਹਾਂ ਕਹਿ ਕਰਕੇ ਬੀਬੀ ਭਾਨੀ ਨੇ ਭਾਈ ਉਹ ਪੱਥਰ ਦੀ ਪਈ ਹੋਈ ਇੱਟ ਜਦੋਂ ਦੇਖੀ ਹੈ, ਦਮ ਕਤ ਹੋਈ ਹੇਮ ਕੀ ਸਬੈ। ਉਸੇ ਵਕਤ ਗਰੀਬ ਨਵਾਜ ਦੀ ਨਜ਼ਰ ਪੈਣ ਦੇ ਨਾਲ ਉਹ ਸੋਨੇ ਦੀ ਇੱਟ ਬਣ ਗਈ। ਪਿਤ ਆਇਸ ਤੇ ਲੀਨ ਉਠਾਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਲਈ ਉਸ ਵਕਤ ਉਹ ਬਣੀ ਹੋਈ ਸੋਨੇ ਦੀ ਇੱਟ ਚੱਕੀ ਹੈ। ਨਿਜ ਅਰ ਸਤ ਕੋ ਭੂਖਣ ਪਾਏ। ਅਤੇ ਨਿਜ ਅਰ ਸੁਤ ਆਪਣੇ ਵਾਸਤੇ, ਆਪਣੇ ਪੁੱਤਰਾਂ ਦੇ ਵਾਸਤੇ ਚੰਗੇ ਚੰਗੇ ਜਿਹੜੇ ਭੂਖਣ ਹਨ, ਗਹਿਣੇ ਹਨ, ਉਹ ਬਣਵਾਏ। ਕਹਿਤ ਭਏ ਗੁਰ ਕਰਨਾ ਧਾਰ। ਅਤੇ ਉਸ ਵਕਤ ਕਹਿਤ ਭਏ ਗੁਰ ਕਰਨਾ ਧਾਰ, ਕਰਨ ਕੀਰਨ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਧਾਰਨ ਕਰਕੇ ਬੋਲੇ। ਹਮ ਤੋ ਰੱਖ ਹੈ ਨਹੀਂ ਅਗਾਰ। ਅਤੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਿ ਸੁਪੁੱਤਰੀ, ਸਾਡੇ ਤੋਂ ਕਿਸੇ ਗੱਲਾਂ ਦਾ ਅਗਾਰ ਅੱਗੇ ਤੋਂ ਕੋਈ ਲੁਕੋ ਨਹੀਂ ਰੱਖਣਾ। ਉਹੇ ਤੁਮਾਰੇ ਐਸ਼ਵਰਜ ਭਾਰੀ। ਅਤੇ ਜਿਹੜੇ ਤੁਹਾਡੇ ਬੜੇ ਐਸ਼ਵਰਜ ਭਾਵ ਸੁਖ ਆਰਾਮ ਲਈ ਜੋ ਕੁਝ ਲੋੜੀਂਦਾ ਹੈ, ਭਾਵ ਜੋ ਕੁਝ ਵੀ ਤੁਹਾਡੀ ਇੱਛਾ ਹੈ, ਉਹ ਸਾਰੇ ਪੂਰੇ ਹੋ ਜਾਇਆ ਕਰਨਗੇ। ਜਾਂਚਿਓ ਯਾਤੇ ਲਿਹੋ ਅਗਾਰੀ। ਇਸ ਕਰਕੇ ਸਾਡੇ ਤੋਂ ਪਹਿਲਾਂ ਹੀ ਤੂੰ ਜਾਂਚਿਆ ਕਰ, ਭਾਵ ਮੰਗ ਲਿਆ ਕਰ। ਜਿਉ ਜਿਉ ਪਿਤ ਬੋਲਤ ਅਨਕੂਲ। ਅਤੇ ਜਿਵੇਂ ਜਿਵੇਂ ਪਿਤਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਬੋਲਦੇ ਐ, ਉਸੇ ਤਰ੍ਹਾਂ ਅਨੁਕੂਲ ਭਾਵ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਨੁਸਾਰੀ ਮਾਤਾ ਜੀ ਚੱਲਦੇ ਐ। ਤਿਉ ਤਿਉ ਭਾਨੀ ਹੋਏ ਸੁਖੂਲ। ਤਿਉਂ ਤਿਉ ਤਿਵੇਂ ਤਿਵੇਂ ਬੀਬੀ ਭਾਨੀ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਨੁਸਾਰੀ ਹੋ ਕੇ ਚੱਲ ਰਹੇ ਹਨ। ਰਹਿ ਨਮਰ ਬਹੁ ਸੇਵਕ ਮਾਵਹਿ। ਅਤੇ ਭਾਈ ਬੜੀ ਨਿਮਰਤਾ ਦੇ ਵਿੱਚ ਬੀਬੀ ਭਾਨੀ ਜੀ ਰਹਿੰਦੇ ਆ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਕਮਾਉਂਦੇ ਐ। ਅਨੁਸਾਰੀ ਹੋਏ ਸਦਾ ਰਜਾਵਹਿ। ਅਨੁਸਾਰੀ ਹੋ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਖੁਸ਼ ਕਰਦੇ। ਗੁਰਪੁਰ ਤੇ ਤ੍ਰੈ ਕੋਸਿਕ ਗ੍ਰਾਮ। ਅਤੇ ਇੱਧਰ ਗੁਰੂਪੁਰੀ ਤੋਂ ਭਾਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨਗਰੀ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਇਸੇ ਤਰ੍ਹਾਂ ਭਾਈ ਤ੍ਰੈ ਕੋਸਿਕ ਗ੍ਰਾਮ, 3 ਕੁ ਕੋਸ ਜਿਹੜਾ ਨਗਰ ਸੀ ਇੱਕ। ਉਤੋਂ ਹੋਏ ਤਲਵੰਡੀ ਨਾਮ। ਅਤੇ ਜਿਸ ਨਗਰ ਦਾ ਨਾਮ ਤਲਵੰਡੀ ਸੀ, ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਨਗਰੀ ਸ਼੍ਰੀ ਗੋਇੰਦਵਾਲ ਸਾਹਿਬ ਤੋਂ 3 ਕੋਹ ਤੇ ਦੂਰ ਸੀ। ਤਹਿ ਜਖ ਇੱਕ ਖੱਤਰੀ
ਖੱਤਰੀ ਜਿਹ ਜਾਤ। ਅਤੇ ਉਥੋਂ ਦਾ ਇੱਕ ਸਿੱਖ ਸੀ ਜਿਸ ਇਸੇ ਤਰ੍ਹਾਂ ਖੱਤਰੀ ਜਿਸ ਦੀ ਭਾਈ ਜਾਤ ਜਾਤੀ ਸੀ। ਇੱਕ ਪਗ ਉਤੋਂ ਚਲਤ ਲੰਘ ਰਾਤ। ਅਤੇ ਜਦੋਂ ਵੀ ਉਹ ਚੱਲਦਾ ਇੱਕ ਲੱਤ ਤੋਂ ਕਹਿੰਦੇ ਲੰਗੜਾ ਕੇ ਚੱਲਿਆ ਕਰਦਾ ਸੀ, ਭਾਵ ਉਸ ਦੀ ਇੱਕ ਲੱਤ ਨਹੀਂ ਸੀ। ਨਿਤ ਸ਼ਰਦਾ ਧਰ ਦਦ ਕੋ ਲਿਆਵਤ। ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਸ਼ਰਧਾ ਬੜੀ ਸੀ। ਭਾਈ ਹਮੇਸ਼ਾ ਸ਼ਰਧਾ ਧਾਰਦਾ ਹੋਇਆ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਨਤਾ ਪ੍ਰਤੀ ਦਹੀਂ ਲੈ ਕੇ ਆਇਆ ਕਰਦਾ। ਧਰਤ ਪ੍ਰਤੀਤ ਸਤਿਗੁਰੂ ਖੁਲਾਵਤ। ਅਤੇ ਇਸੇ ਤਰ੍ਹਾਂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਧਰਤ ਪ੍ਰੀਤ ਪ੍ਰੇਮ ਧਾਰਨ ਕਰਦਾ। ਨਾਲੇ ਗਰੀਬ ਨਵਾਜ ਦੇ ਕੋਲੇ ਆਉਂਦਾ, ਆ ਕੇ ਗਰੀਬ ਨਵਾਜ ਨੂੰ ਭਾਈ ਦਹੀਂ ਖੁਲਾਵਤ ਭਾਵ ਖਵਾਇਆ ਕਰਦਾ। ਕਰਤ ਸੇਵ ਬੀਤਿਓ ਚਿਰਕਾਲ। ਸੇਵਾ ਕਰਦਿਆਂ ਨੂੰ ਇਸੇ ਤਰ੍ਹਾਂ ਖੱਤਰੀ ਗੋਤ ਦਾ ਤਲਵੰਡੀ ਨਗਰ ਦਾ ਇਹ ਗੁਰੂ ਕਾ ਸਿੱਖ ਭਾਈ ਬਹੁਤਾ ਸਮਾਂ ਜਦੋਂ ਬਤੀਤ ਹੋ ਗਿਆ, ਲੰਘ ਗਿਆ, ਆਪਣੋ ਨੇਮ ਰੱਖਿਓ ਪ੍ਰਤਪਾਲ। ਅਤੇ ਆਪਣਾ ਜਿਹੜਾ ਨੇਮ ਸੀ ਉਹਨੂੰ ਹਮੇਸ਼ਾ ਪ੍ਰਤਪਾਲ ਦਾ ਭਾਵ ਹਮੇਸ਼ਾ ਆਪਣੇ ਨੇਮ ਦੇ ਵਿੱਚ ਰਹਿੰਦਾ, ਆਪਣੇ ਨੇਮ ਦੀ ਪਾਲਣਾ ਕਰਦਾ। ਜੇ ਬਰਖਾ ਬਰਖੈ ਬਹੁ ਭਾਰੀ। ਜੇ ਕਿਤੇ ਕਹਿੰਦੇ ਬਹੁਤ ਜ਼ਿਆਦਾ ਕਦੇ ਨਾ ਕਦੇ ਮੀਂਹ ਵੀ ਪੈ ਜਾਇਆ ਕਰਦਾ, ਆਨਹਿ ਦਦ ਕੋ ਲਿਆਏ ਨਾ ਬਾਰੀ। ਅਤੇ ਫਿਰ ਵੀ ਭਾਈ ਦੇਰੀ ਨਹੀਂ ਸੀ ਕਰਿਆ ਕਰਦਾ, ਕੋਈ ਸਮਾਂ ਬਹੁਤਾ ਨਹੀਂ ਸੀ ਲਾਇਆ ਕਰਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਵਾਸਤੇ ਫਿਰ ਵੀ ਦਹੀਂ ਲੈ ਕੇ ਆਇਆ ਕਰਦਾ ਸੀ। ਟੂਟੀ ਟੰਗਰੀ ਕਾਸ਼ਟ ਪਰ ਧਰ। ਅਤੇ ਗੁਰਮੁਖੋ ਇਸੇ ਤਰ੍ਹਾਂ ਹੀ ਜਿਹੜਾ ਹੈ ਸਰਦੀ ਦੇ ਸਮੇਂ ਵੀ ਜੇ ਲੱਕੜ ਦੀ ਇੱਕ ਘੋੜੀ ਜੀ ਹੁੰਦੀ ਹੈ, ਭਾਵ ਕਿ ਉਹਦੇ ਤੇ ਲੱਤ ਤਰੀ ਜਾਂਦੀ ਹੈ, ਥੋੜਾ ਜਿਹਾ ਸੌਖਾ ਚੱਲਿਆ ਜਾਂਦਾ, ਜਿਹੜਾ ਲੰਘ ਮਾਰਦਾ ਹੈ ਉਹ ਉਹਦੇ ਵਾਸਤੇ ਠੀਕ ਹੁੰਦੀ ਹੈ। ਇਸੇ ਤਰ੍ਹਾਂ ਕਹਿੰਦੇ ਹੈ ਟੂਟੀ ਟੰਗਰੀ ਕਾਸ਼ਟ ਪਰ ਧਰ। ਇਸੇ ਤਰ੍ਹਾਂ ਜਦੋਂ ਟੁੱਟੀ ਹੋਈ ਗੁਰਮੁਖੋ ਲੱਤ ਟੰਗਰੀ ਭਾਵ ਕੀ ਹੈ ਕਿ ਉਹ ਘੋੜੀ ਦੇ ਉੱਪਰ ਧਰ ਲਿਆ ਕਰਦਾ। ਸਮੈ ਸੀਤ ਕੇ ਲਿਆਵਤ ਕਰ ਪਰ। ਅਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲੇ ਵਾਸਤੇ ਦਹੀਂ ਲੈ ਕੇ ਆਉਂਦਾ, ਅੱਗੇ ਰੱਖ ਦਿਆ ਕਰਦਾ ਸੀ। ਇੱਕ ਦਿਨ ਦਹੀਂ ਲੀਏ ਕਰ ਚਲਿਓ। ਅਤੇ ਇੱਕ ਦਿਨ ਇਹਨੇ ਭਾਈ ਆਪਣੇ ਹੱਥ ਦੇ ਵਿੱਚ ਦਹੀਂ ਲਈ ਹੈ ਤੇ ਘਰ ਦੇ ਵਿੱਚੋਂ ਚੱਲਿਆ ਹੈ। ਗ੍ਰਾਮ ਚੌਧਰੀ ਮਗ ਮਹਿ ਮਿਲਿਓ। ਰਸਤੇ ਵਿੱਚ ਇਹਨਾਂ ਦੇ ਤਲਵੰਡੀ ਨਗਰ ਦਾ ਇੱਕ ਚੌਧਰੀ ਸੀ, ਭਾਵ ਕੀ ਹੈ ਪਿੰਡ ਦਾ ਚੌਧਰੀ ਇਹਨੂੰ ਰਸਤੇ ਵਿੱਚ ਮਿਲਿਆ। ਹਾਸੀ ਕਰ ਦਿਨ ਗਹਿਬੋ ਕੀਨ। ਅਤੇ ਨਾਲੇ ਬੜੀ ਹਾਸੀ ਜੀ ਕਰਦਾ, ਮਜ਼ਾਕ ਜੀ ਕਰਦਾ, ਉਸੇ ਮਸਕਰੀਆਂ ਜੀਆਂ ਕਰਦਾ ਹੋਇਆ ਇਹਦੇ ਤੋਂ ਭਾਈ ਉਹ ਜਿਹੜੀ ਲੱਕੜ ਦੀ ਬਣੀ ਹੋਈ ਘੋੜੀ ਸੀ ਉਹ ਖੋਹ ਲਈ। ਲਈ ਕਾਠ ਕੀ ਟੰਗਰੀ ਛੀਨ। ਲੱਕੜ ਦੀ ਬਣੀ ਹੋਈ ਉਹ ਘੋੜੀ ਉਸ ਵਕਤ ਇਸ ਗੁਰਮੁਖੋ ਇਹ ਪਿੰਡ ਦੇ ਚੌਧਰੀ ਨੇ ਭਾਈ ਤਲਵੰਡੀ ਨਗਰ ਦੇ ਗੁਰੂ ਦੇ ਸਿੱਖ ਤੋਂ ਖੋਈ ਹੈ। ਕਹਿਤ ਭਇਓ ਨਿਤ ਗੁਰ ਟਿਕ ਜਾਵਹਿ। ਬੜੀ ਤਰਕ ਦੇ ਨਾਲ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਕਹਿੰਦਾ ਹੈ ਕਿ ਤੂੰ ਹਮੇਸ਼ਾ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਸੇਵਾ ਦੇ ਵਾਸਤੇ ਜਾਣਾ ਹੈ। ਪ੍ਰੇਮ ਧਾਰ ਦਦ ਸਦਾ ਖੁਲਾਵਹਿ। ਅਤੇ ਬੜਾ ਪ੍ਰੇਮ ਧਾਰ ਕੇ ਬੜੀ ਸ਼ਰਧਾ ਧਾਰ ਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਤੂੰ ਦਹੀਂ ਲੈ ਕੇ ਜਾਣਾ, ਗਰੀਬ ਨਵਾਜ ਨੂੰ ਖਿਲਾਉਣਾ ਹੈ, ਭਾਵ ਖਵਾਉਂਦਾ ਹੈ। ਸਾਬਤ ਟੰਗਰੀ ਕਰੀ ਨ ਤੋਹੇ। ਕੀਤੇ ਤੂੰ ਇੰਨੀ ਸੇਵਾ ਕਰਦਾ ਹੈ, ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਸੇਵਾ ਕਰਦਾ ਹੈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਤੇਰੀ ਕਦੇ ਲੱਤ ਨਹੀਂ ਠੀਕ ਕੀਤੀ, ਕਦੇ ਉਹਨਾਂ ਦੇ ਮਨ ਦੇ ਵਿੱਚ ਨਹੀਂ ਆਇਆ। ਇਸ ਤਰ੍ਹਾਂ ਦੀ ਭਾਈ ਤਰਕ ਕਰਨ ਲੱਗਿਆ। ਬਿਰਥਾ ਸ਼ਰਮ ਤੇਰੋ ਸਭ ਹੋਏ। ਬਾਕੀ ਮੈਂ ਤਾਂ ਕਹਿੰਦਾ ਇਹੀ ਜਾਣਦਾ ਤੇਰਾ ਇੰਨੀ ਥਕਾਵਟ ਕੀਤੀ ਆ, ਰਸਤੇ ਦੇ ਵਿੱਚ ਤੂੰ ਤੁਰਦਾ ਹੈ, ਇੰਨੀ ਥਕਾਵਟ ਦੇ ਨਾਲ ਜਾਣਾ, ਇਹ ਤਾਂ ਬਿਰਥਾ ਹੀ ਹੈ, ਕੋਈ ਨਾ ਕੋਈ ਤੇਰੇ 'ਚ ਘਾਟ ਹੋਵੇਗੀ। ਆਵਤ ਜਾਤ ਚਰਨ ਲੰਘ ਰਾਤ। ਅਤੇ ਆਉਂਦਾ ਜਾਂਦਾ ਤੂੰ ਲੱਤੋ ਭਾਈ ਹਮੇਸ਼ਾ ਹੀ ਲੰਗੜਾ ਹੈ। ਬਹੁਤ ਖੇਦ ਤਰ ਪਹੁੰਚੈ ਪ੍ਰਾਤ। ਅਤੇ ਬੜਾ ਹੀ ਔਖਾ ਹੋ ਕੇ ਉਸ ਵਕਤ ਤੂੰ ਸਵੇਰੇ ਪਹੁੰਚਦਾ ਹੈ। ਇਹ ਵੀ ਕਸ਼ਟ ਨ ਤੇਰੋ ਖੋਵਾ। ਕੀ ਇਹ ਤੇਰਾ ਖਰਚ ਜਿਹੜਾ ਕਸ਼ਟ ਹੈ, ਦੁੱਖ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਦੇ ਖੋਇਆ ਨਹੀਂ, ਤੇਰਾ ਨਾਸ ਨਹੀਂ ਕੀਤਾ। ਕਿਆ ਅਚਰਜ ਤੁਵ ਇਸ ਨਹਿ ਜੋਵਾ। ਕੀ ਅਚਰਜਤਾ ਵਾਲੀ ਗੱਲ ਇਹ ਹੋਈ ਹੈ, ਭਾਵ ਐਸੀ ਕਿਹੜੀ ਗੱਲ ਹੋਈ ਹੈ ਜਿਸ ਕਰਕੇ ਤੇਰਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੁੱਖ ਦੂਰ ਨਹੀਂ ਕੀਤਾ। ਮ੍ਰਿਤਕ ਨਗਰ ਕੇ ਕੇਤਕ ਜਿਵਾਏ। ਕਿਉਂਕਿ ਮੈਂ ਤਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਸੁਣਿਆ ਹੈ
ਕਿ ਗੁਰੂ ਅਮਰਦਾਸ ਮਹਾਰਾਜ ਜੀ ਤਾਂ ਮਰੇ ਹੋਏ ਬੱਚਿਆਂ ਨੂੰ ਵੀ, ਮਰੇ ਹੋਏ ਜੀਵਾਂ ਨੂੰ ਵੀ ਜਿਉਂਦੇ ਕਰ ਦਿਆ ਕਰਦੇ ਐ। ਅਜਮਤ ਜਿਨ ਕੀ ਜਗ ਅਜਮਾਏ। ਅਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਅਜਮਤ ਹੈ, ਸ਼ਕਤੀ ਹੈ, ਉਹ ਜਗਤ ਦੇ ਅੰਦਰ, ਸਭ ਸੰਸਾਰ ਦੇ ਅੰਦਰ ਪ੍ਰਗਟ ਹੀ ਦੇਖੀ ਜਾਂਦੀ ਹੈ। ਕਿਆ ਦੁਰਮਤ ਤੇਰੇ ਮਹਿ ਜਾਨੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਤਾ ਨਹੀਂ ਕਹਿੰਦਾ ਤੇਰੇ ਵਿੱਚ ਕਿਹੜੀ ਐਸੀ ਖੋਟੀ ਬੁੱਧੀ ਜਾਣ ਲਈ ਹੈ, ਮਾੜੀ ਬੁੱਧੀ ਜਾਣ ਲਈ ਹੈ, ਐਸਾ ਤੇਰਾ ਕਿਹੜਾ ਕੁਕਰਮ ਜਾਣ ਲਿਆ ਕਿਰਪਾ ਦ੍ਰਿਸ਼ਟ ਨਹਿ ਦੇਖਣ ਠਾਨੀ। ਕਿ ਤੇਰੇ ਵੱਲ ਕਦੇ ਗੁਰੂ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਵੱਲ ਕਦੇ ਦੇਖਿਆ ਹੀ ਨਹੀਂ, ਕਦੇ ਤੱਕਿਆ ਹੀ ਨਹੀਂ, ਤੇਰਾ ਰੋਗ, ਤੇਰਾ ਦੁੱਖ ਕਦੇ ਦੂਰ ਹੀ ਨਹੀਂ ਕੀਤਾ। ਸੁਨ ਖਤਰੀ ਕਹਿ ਨਹਿ ਅਟਕਾਵੋ। ਅਤੇ ਉਸ ਵਕਤ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਜਦੋਂ ਚੌਧਰੀ ਪਿੰਡ ਦੇ ਚੌਧਰੀ ਤੋਂ ਜਦੋਂ ਇਸ ਤਰ੍ਹਾਂ ਦੀ ਗੱਲ ਸੁਣੀ, ਆਖਣ ਲੱਗਾ ਭਾਈ ਇਹ ਤਲਵੰਡੀ ਨਗਰ ਦਾ ਜਿਹੜਾ ਗੁਰੂ ਕਾ ਸਿੱਖ ਹੈ ਕਿ ਮੈਨੂੰ ਰੋਕਣਾ ਤੂੰ ਨਾ ਕਰ, ਸਮੋ ਜਾਤ ਬੀਤਿਓ ਇਸ ਥਾਵੋ। ਕਿਉਂਕਿ ਇਸ ਜਗ੍ਹਾ ਤੇ ਜਿਹੜਾ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸੇਵਾ ਦਾ ਸਮਾਂ ਬੀਤਿਆ ਜਾ ਰਿਹਾ, ਲੰਘਦਾ ਜਾ ਰਿਹਾ ਹੈ। ਸਤਿਗੁਰ ਮੇਰੇ ਬੇਪਰਵਾਹੂ। ਬਾਕੀ ਮੇਰੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਤਿਗੁਰੂ ਜੀ ਆ, ਉਹ ਤਾਂ ਹਮੇਸ਼ਾ ਬੇਪਰਵਾਹ ਹੀ ਰਹਿੰਦੇ ਹਨ। ਚਹ ਹੈ ਸ਼ੁਕਰ ਹੈ ਏਕ ਛਿਨ ਮਾਹੂ। ਅਤੇ ਜੋ ਗਰੀਬ ਨਵਾਜ ਜੀ ਚਾਹਣ ਉਹ ਕਰ ਸਕਦੇ ਐ। ਜਿਵ ਜਾਏ ਤਿਨ ਕੀ ਹਮ ਹੇਰ ਹੈ। ਅਤੇ ਬਾਕੀ ਜਿਵੇਂ ਉਹਨਾਂ ਦੀ ਰਜਾਏ ਹੈ ਉਸ ਤਰ੍ਹਾਂ ਗਰੀਬ ਨਵਾਜ ਸਾਨੂੰ ਦੇਖਦੇ ਐ। ਹਰਖ ਮਾਨ ਹੋਏ ਰਹਿ ਕਨੇਰ ਹੈ। ਹਮੇਸ਼ਾ ਗਰੀਬ ਨਵਾਜ ਜੀ ਪ੍ਰਸੰਨ ਹੀ ਰਹਿੰਦੇ ਹਨ। ਭਲੋ ਜੀਵ ਕੋ ਜਿਮ ਹੋਏ ਜਾਏ। ਅਤੇ ਬਾਕੀ ਗੁਰੂ ਕੇ ਸਿੱਖਾਂ ਦਾ, ਜੀਵਾਂ ਦਾ ਜਿਵੇਂ ਭਲਾ ਹੋ ਜਾਵੇ, ਤਿਮ ਸਿੱਖਣ ਹਿਤ ਗੁਰੂ ਕਰਾਏ। ਉਸੇ ਤਰ੍ਹਾਂ ਭਾਈ ਸਿੱਖਾਂ ਦੇ ਵਾਸਤੇ ਗਰੀਬ ਨਵਾਜ ਕਰਦੇ ਆ, ਭਾਵ ਸਿੱਖਾਂ ਦਾ ਭਲਾ ਕਰਨ ਵਾਸਤੇ ਹੀ ਦੁੱਖ ਸੁੱਖ ਜੀਵਨ ਨੂੰ ਦਿੰਦੇ ਐ। ਇਮ ਕਹਿ ਜਾਂਚ ਸੁਲਕਰੀ ਲੀਨੀ। ਇਸ ਤਰ੍ਹਾਂ ਮੰਗ ਕੇ ਜਿਹੜੀ ਲੱਕੜੀ ਭਾਈ ਉਹ ਖੋਈ ਹੋਈ ਜਿਹੜੀ ਘੋੜੀ ਸੀ, ਲੱਕੜ ਦੀ ਬਣੀ ਹੋਈ ਘੋੜੀ, ਉਹ ਇਹਨੇ ਮੰਗ ਕੇ ਉਸ ਚੌਧਰੀ ਤੋਂ ਲੈ ਲਈ। ਕੇਤਕ ਸਮੇਂ ਬੀਤੇ ਤਿਸ ਦੀਨੀ। ਅਤੇ ਕੁਝ ਕੁ ਸਮਾਂ ਜਦੋਂ ਬਤੀਤ ਹੋ ਗਿਆ, ਭਾਵ ਵਾਹਵਾ ਸਮਾਂ ਲੰਘ ਗਿਆ, ਫਿਰ ਚੌਧਰੀ ਨੇ ਉਸ ਗੁਰੂ ਕੇ ਸਿੱਖ ਨੂੰ ਲੱਕੜੀ ਦਿੱਤੀ। ਟੰਗਰੀ ਲੰਗਰੀ ਕਾਸ਼ਟ ਪਰ ਧਰ। ਅਤੇ ਗੁਰਮੁਖੋ ਲੰਗੜੀ ਲੱਤ ਦੇ ਨਾਲ, ਭਾਵ ਹੌਲੀ ਹੌਲੀ ਚੱਲਦਾ, ਨਾਲੇ ਲੱਤ ਦਾ ਆਸਰਾ ਕਾਸ਼ਟ ਲੱਕੜ ਦਾ ਵਾਹਿਗੁਰੂ ਆਸਰਾ ਧਰਦਾ ਹੈ। ਮਾਰਗ ਚਲਿਓ ਉਤਾਇਲ ਕੋ ਕਰ। ਅਤੇ ਬੜੀ ਛੇਤੀ ਦੇ ਨਾਲ, ਬੜਾ ਕਾਹਲੀ ਦੇ ਨਾਲ ਇਹ ਮਾਰਗ ਰਸਤਾ ਲੰਘਦਾ ਹੈ। ਹੁਣ ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਪਹੁੰਚੇਗਾ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਵੇਂ ਇਹਦੇ ਭਾਈ ਦੁੱਖ ਦੂਰ ਕਰਨਗੇ, ਸਿੱਖ ਦੇ ਕੋਲੇ ਭੇਜਣਗੇ, ਸਾਹ ਹੁਸੈਨ ਦੇ ਕੋਲੇ ਭੇਜਣਗੇ, ਉਹ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਲਵਾਂਗੇ। ਸਮਾਂ ਬਹੁਤਾ ਹੋ ਚੁੱਕਾ ਹੈ। ਇਹ ਮੈਨੂੰ ਗੁਰਮੁਖਾਂ ਨੇ ਹੁਕਮ ਕੀਤਾ ਸੀ ਕਿ 10-15 ਮਿੰਟਾਂ ਦਾ ਸਮਾਂ ਗਾਹਾਂ ਲੰਘਾ ਦਿਓ, ਕਿਉਂਕਿ ਅੱਜ ਦੀਵਾਲੀ ਦਾ ਦਿਨ ਹੈ। ਇਸ ਕਰਕੇ ਭਾਈ ਬੰਦੀ ਛੋੜ ਦਿਵਸ ਹੈ, ਸੋ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਗੀਆਂ। ਸੋ ਜਿਵੇਂ ਬਾਕੀ ਹੁਕਮ ਹੋਇਆ ਸੀ ਦਾਸ ਨੂੰ, ਸੋ ਆਪ ਸੰਗਤ ਦਾ ਹੁਕਮ ਭਾਈ ਸਿਰ ਮੱਥੇ ਹੈ। ਗਰੀਬ ਨਵਾਜ ਜੀ ਕਿਰਪਾ ਕਰਨ। ਕਥਾ ਵਿਚਾਰ ਕਰਦਿਆਂ ਤੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਗੁਰਸਿੱਖ ਸੰਗਤਾਂ ਬਖਸ਼ਣਯੋਗ ਹੋ ਜੀ ਬਖਸ਼ ਲੈਣਾ। ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਪ ਸੰਗਤ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ, ਬਹੁਤ ਬਹੁਤ ਵਧਾਈਆਂ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਭਾਈ ਸਮਾਪਤੀ ਕਰੀਏ ਜੀ। ਹਿਮ ਕਹਿ ਜਾਂਚ ਸੁਲਕਰੀ ਲੀਨੀ। ਕੇਤਕ ਸਮੇਂ ਬੀਤੇ ਤਿਸ ਦੀਨੀ। ਟੰਗਰੀ ਲੰਗਰੀ ਕਾਸ਼ਟ ਪਰ ਧਰ। ਮਾਰਗ ਚਲਿਓ ਉਤਾਇਲ ਕੋ ਕਰ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ। ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾਇਆ।
ਠਾਕੁਰ ਹੋ ਦਾਸ रो मैं निर्गुण गुण नहीं नानक दीजै नाम दान राखो हियै आए प्रभ सरन हगुती कृपा निध दया एक अखर हर मन बसत नानक होत निहाल वाहिगुरु नाम जहाज है चढ़े सो तरे जो शरदा कर सेव दे गुर पारे उतारन जो शरदा कर सेव दे गुर पारे उतारन हर वाहिगुरु जी का खालसा वाहिगुरु जी की फतेह।